ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਪੰਜਾਬ ਚਰਚਾ ਦੇ ਵਿੱਚ ਸਵਾਗਤ। ਬੈਂਕਸ, ਯੂ ਕੈਨ ਬੈਂਕ ਅਪਨ them। ਪਹਿਲਾਂ ਨਾ ਇਹ ਸਮੁੰਦਰਾਂ ਦੇ ਇੱਦਾਂ ਜਿਹੜੇ ਵਾਟਰ ਚੈਨਲ ਸੀਗੇ ਉਹਦੇ ਕਿਨਾਰਿਆਂ ਦੇ ਉੱਤੇ, ਉਹਦੇ ਕੰਢਿਆਂ ਦੇ ਉੱਤੇ ਬਣੇ ਹੋਏ ਆਫਿਸਿਸ ਹੁੰਦੇ ਸੀ। ਤੁਸੀਂ ਜਿੱਥੇ ਜਾ ਕੇ ਮਨੀ ਦੀ ਟ੍ਰਾਂਜੈਕਸ਼ਨਸ ਕਰ ਸਕਦੇ ਸੀ। ਤੋ ਕਿਨਾਰੇ ਦੇ ਉੱਤੇ ਬਣੇ ਹੋਣ ਕਰਕੇ ਬੈਂਕ ਬੋਲਦੇ ਸੀ ਇਹਨਾਂ ਨੂੰ। ਤੋ ਬੈਂਕ ਦਾ ਸਿਸਟਮ ਹੁਣ ਤੇ ਪੂਰੀ ਦੁਨੀਆ ਦੇ ਵਿੱਚ ਹੈ। ਪਹਿਲਾਂ ਤਾਂ ਇਹ ਸੀਗਾ ਕਿ ਪੈਸੇ ਨੂੰ ਚੋਰਾਂ ਡਾਕੂਆਂ ਤੋਂ ਬਚਾਉਣ ਵਾਸਤੇ, ਜੇ ਤੁਸੀਂ ਸੀ ਰੂਟ 'ਤੇ ਜਾ ਰਹੇ ਹੋ, ਸਮੁੰਦਰੀ ਰਾਹ 'ਤੇ ਜਾ ਰਹੇ ਹੋ, ਰਸਤੇ 'ਚ ਤੁਹਾਨੂੰ ਪਾਇਰੇਟਸ ਮਿਲ ਜਾਂਦੇ ਸੀ, ਡਾਕੂ ਮਿਲ ਜਾਂਦੇ ਸੀ, ਸਮੁੰਦਰੀ ਡਾਕੂ। ਤੁਹਾਡੇ ਪੈਸੇ ਨੂੰ ਖਤਰਾ। ਜੰਗਲਾਂ 'ਚ ਜਾਂਦੇ ਸੀ ਕਿਉਂਕਿ ਪਹਿਲਾਂ ਇੰਨਾ ਆਵਾਜਾਈ ਦੇ ਸਾਧਨ ਨਹੀਂ ਹੁੰਦੇ ਸੀ, ਟਰਾਂਸਪੋਰਟੇਸ਼ਨ ਨਹੀਂ ਸੀ, ਇਸ ਕਰਕੇ ਜੰਗਲਾਂ 'ਚ ਡਾਕੂ ਮਿਲ ਸਕਦੇ ਸੀ। ਤਾਂ ਫਿਰ ਇੱਕ ਸਿਸਟਮ ਬਣਾਇਆ ਕਿ ਤੁਸੀਂ ਇੱਕ ਥਾਂ ਦੇ ਉੱਤੇ ਜਿਸ ਸ਼ਹਿਰ ਤੋਂ ਚੱਲੇ ਹੋ ਉੱਥੇ ਉਨਾ ਪੈਸਾ ਦੇ ਦਿਓ ਜਿੰਨਾ ਪੈਸਾ ਤੁਹਾਨੂੰ ਉੱਥੇ ਚਾਹੀਦਾ, ਜਿੱਥੇ ਤੁਸੀਂ ਪਹੁੰਚਣਾ ਹੈ। ਉਹ ਪੈਸਾ ਜਦੋਂ ਤੁਸੀਂ ਦੇ ਦਿੰਦੇ ਸੀ, ਉਹ ਤੁਹਾਨੂੰ ਇੱਕ ਨੋਟ ਲਿਖ ਕੇ ਦੇ ਦਿੰਦੇ ਸੀ, ਇੱਕ ਡਾਕੂਮੈਂਟ ਬਣਾ ਕੇ ਦੇ ਦਿੰਦੇ ਸੀ। ਫਿਰ ਜਿੱਥੇ ਪਹੁੰਚ ਕੇ ਤੁਸੀਂ ਜਾ ਕੇ ਉਹ ਡਾਕੂਮੈਂਟ ਦਿਖਾਉਂਦੇ ਸੀ ਤਾਂ ਤੁਹਾਨੂੰ ਉਹਨੂੰ ਪੈਸਾ ਉੱਥੋਂ ਮਿਲ ਜਾਂਦਾ ਸੀ। ਉਹ ਵਿੱਚ ਉਹ ਆਪਣੀ ਕਟਿੰਗ ਲੈਂਦੇ ਸੀ, ਹੈ ਨਾ, ਜਿਹਨੂੰ ਕਿਹਾ ਜਾਂਦਾ ਪਰਸੈਂਟੇਜ ਲੈਂਦੇ ਸੀ। ਸੋ ਬਾਕੀ ਉਹ ਜਿਹੜੇ ਸ਼ਾਹੂਕਾਰ ਹੁੰਦੇ ਸੀ, ਜਿਹੜੇ ਉਹ ਮਨੀ ਲੈਂਡਰਸ ਹੁੰਦੇ ਸੀ, ਉਹ ਆਪਣੇ ਬੰਦੇ ਭੇਜ ਕੇ ਆਪਸ ਦਾ ਕਾਰੋਬਾਰ, ਆਪਣੀ ਬੈਲੈਂਸ ਸ਼ੀਟ ਖੁਦ ਤਿਆਰ ਕਰਦੇ ਰਹਿੰਦੇ ਸੀ। ਉਹ ਉਹਨਾਂ ਦਾ ਕਾਰੋਬਾਰ ਸੀ, ਲੈਣ ਦੇਣ ਕਿੱਦਾਂ ਕਰਨਾ ਹੈ। ਸੋ ਇੱਕ ਸਿਸਟਮ ਬਣਾਇਆ ਸੀ ਸਹੂਲੀਅਤ ਵਾਸਤੇ ਸਾਰਿਆਂ ਦੀ। ਫਿਰ ਉਹ ਸਿਸਟਮ ਹੁਣ ਮਾਡਰਨ ਤਰੀਕੇ ਨਾਲ ਚੱਲਦਾ ਪਿਆ। ਅੱਜ ਕੱਲ੍ਹ ਤੇ ਹਰ ਚੀਜ਼ ਦੀ ਬੈਂਕ ਹੈ, ਬੈਂਕਿੰਗ ਸਿਸਟਮ ਹੈ। ਔਰ ਬੈਂਕਿੰਗ ਸਿਸਟਮ ਨੂੰ ਕਈ ਵਾਰ ਇੰਨਾ ਸਮਾਰਟਲੀ ਡਿਜ਼ਾਈਨ ਕੀਤਾ ਜਾਂਦਾ ਹੈ ਕਿ ਕਈ ਵਾਰ ਲੱਗਦਾ ਕਿ ਸਿਟੀਜ਼ਨਸ ਦੇ ਨਾਲ ਫਰਾਡ ਹੁੰਦਾ ਪਿਆ, ਕਿਉਂਕਿ ਬੈਂਕਿੰਗ ਦਾ ਕੁਝ ਪਤਾ ਨਹੀਂ ਲੱਗਦਾ। ਔਰ ਕੁਝ ਐਕਸਪਰਟਸ ਕਹਿੰਦੇ ਵੀ ਇੱਦਾਂ ਨੇ ਕਿ ਬੜਾ ਚਲਾਕੀ ਨਾਲ ਡਿਜ਼ਾਈਨ ਕੀਤਾ ਹੋਇਆ ਸਿਸਟਮ ਹੈ, ਪੁਰਾਣੇ ਸਿਸਟਮ ਤੋਂ ਵੱਖਰਾ ਹੈ ਅੱਜ ਦਾ ਮਾਡਰਨ ਸਿਸਟਮ। ਆਮ ਲੋਕਾਂ ਨੂੰ ਫਾਈਨੈਂਸ਼ੀਅਲ ਸਿਸਟਮ ਸਮਝ ਨਹੀਂ ਆਉਂਦਾ, ਬੈਂਕਾਂ ਦਾ ਸਿਸਟਮ ਸਮਝ ਨਹੀਂ ਆਉਂਦਾ, ਇਸ ਕਰਕੇ ਕਈ ਵਾਰ ਫਰਾਡ ਖੇਡਿਆ ਜਾਂਦਾ ਹੈ। ਕੁਝ ਇੱਕ ਸਰਕਾਰਾਂ ਅਜਿਹਾ ਗੇਮ ਖੇਡ ਜਾਂਦੀਆਂ ਨੇ, ਇਹ ਮਾਹਿਰ ਮੰਨਦੇ ਨੇ ਜੋ ਫਾਈਨੈਂਸ਼ੀਅਲ ਐਕਸਪਰਟਸ ਨੇ। ਪਰ ਸੱਚਾਈ ਕੀ ਹੈ, ਕਿੱਥੋਂ ਤੱਕ ਇਹ ਸੱਚਾਈ ਅਸੀਂ ਹਾਸਿਲ ਕਰ ਸਕਦੇ ਹਾਂ, ਜਾਣ ਸਕਦੇ ਹਾਂ, ਕਿਉਂਕਿ ਸੱਚਾਈ ਜਾਣਨਾ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਟੇਢੀ ਖੀਰ ਹੈ, ਬਹੁਤ ਹੀ ਇੱਕ ਉਲਝਿਆ ਹੋਇਆ ਕੰਮ ਹੈ। ਹਰ ਬੰਦਾ ਸੱਚਾਈ ਤੱਕ ਨਹੀਂ ਪਹੁੰਚ ਸਕਦਾ, ਫਿਰ ਵੀ ਕੁਝ ਐਕਸਪਰਟਸ ਸਾਡੀ ਮਦਦ ਕਰਦੇ ਨੇ। ਸੋ ਇਸ ਵਕਤ ਮਦਦ ਕਰਨ ਵਾਸਤੇ, ਇਸ ਸੱਚਾਈ ਨੂੰ ਜਾਣਨ ਲਈ ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਜਾਣੇ ਮਾਣੇ ਇਕੋਨੋਮਿਸਟ ਰਾਜੀਵ ਖੋਸਲਾ। ਵੈਲਕਮ ਟੂ ਪੰਜਾਬ ਚਰਚਾ। ਖੋਸਲਾ ਸਾਹਿਬ। ਮਿਹਰਬਾਨੀ ਜੀ ਖੰਨਾ ਸਾਹਿਬ। ਸਾਰਿਆਂ ਦਾ, ਜਿਹੜੇ ਦੇਖਣ ਵਾਲੇ ਸਾਡੇ ਵਿਊਅਰਸ ਨੇ, ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ। ਰਾਜੀਵ ਜੀ, ਅਸੀਂ ਆਪਣਾ ਪੈਸਾ ਬੈਂਕਾਂ 'ਚ ਰੱਖਦੇ ਹਾਂ। ਆਮ ਲੋਕ ਸਾਰੇ ਹੀ ਅਸੀਂ ਰੱਖਦੇ ਹਾਂ, ਸਭ ਦਾ ਹੀ ਪੈਸਾ ਬੈਂਕਾਂ 'ਚ ਹੈ, ਤੁਹਾਡਾ ਵੀ ਹੈ, ਮੇਰਾ ਵੀ ਹੈ। ਸੋ ਇੱਕ ਛੋਟਾ ਜਿਹਾ ਸਵਾਲ, ਬੈਂਕਾਂ 'ਚ ਸਾਡਾ ਪੈਸਾ ਸੇਫ ਹੈ, ਸੁਰੱਖਿਅਤ ਹੈ? ਖੰਨਾ ਸਾਹਿਬ, ਤੁਸੀਂ ਐਟ ਦਾ ਆਊਟਸੈਟ ਇਦਾਂ ਦਾ ਪੈਰਾਡੌਕਸਿਕਲ ਸਵਾਲ ਪੁੱਛਿਆ ਵੀ ਕੀ ਸਾਡਾ ਪੈਸਾ ਜਿਹੜਾ ਬੈਂਕਾਂ ਦੇ ਵਿੱਚ ਪਿਆ ਉਹ ਸੁਰੱਖਿਅਤ ਹੈ। ਇਹਦਾ ਜਵਾਬ ਦੇਖੋ ਜੀ, ਮੈਂ ਇਹਦਾ ਜਵਾਬ ਦਊਂਗਾ ਐਜ਼ ਆਫ ਨਾਓ ਇਟ ਇਜ਼ ਸੇਫ। ਹਜੇ ਤੱਕ ਐਜ਼ ਆਫ ਨਾਓ ਦਾ ਅਮਾਉਂਟ ਇਜ਼ ਸੇਫ, ਸਾਨੂੰ ਕੋਈ ਸਮੱਸਿਆ ਨਹੀਂ ਹੈ। ਲੇਕਿਨ ਕੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੂਰੇ ਤਰੀਕੇ ਦੇ ਨਾਲ ਸੁਰੱਖਿਅਤ ਹੈ, ਇਹਦੇ ਬਾਰੇ ਖਦਸ਼ੇ ਨੇ। ਇਹਦੇ ਬਾਰੇ ਕੋਈ ਸਰਟੇਨਟੀ ਦੇ ਨਾਲ ਨਹੀਂ ਦੱਸਿਆ ਜਾ ਸਕਦਾ। ਮੈਂ ਜਿਹੜੀ ਗੱਲ ਕੀਤੀ ਆ ਉਹਦਾ ਕਾਰਨ ਦੱਸਦਾ ਹੈ। ਕਾਰਨ ਏਦਾਂ ਹੈ ਕਿ ਖੰਨਾ ਸਾਹਿਬ 2020 ਤੋਂ ਬਾਅਦ, ਜਾਂ ਆਪਾਂ ਜੇ ਥੋੜਾ ਜਿਹਾ ਹੋਰ ਪਿੱਛੇ ਚੱਲੀਏ 10 ਕੁ ਸਾਲ, ਤਾਂ 2008 ਤੋਂ ਬਾਅਦ ਇੱਕ ਲਗਾਤਾਰ ਇਦਾਂ ਦਾ ਸਿਸਟਮ ਚੱਲਿਆ ਆ ਰਿਹਾ ਸੀ ਵੀ ਜਿਹੜੇ ਕਰਜ਼ੇ ਹੈ ਉਹ ਸਸਤੇ ਰੱਖੇ ਜਾਣ, ਵਿਆਜ ਦੀ ਦਰ ਜਿਹੜੀ ਹੈ ਲਗਾਤਾਰ ਘੱਟ ਰੱਖੀ ਗਈ ਹੈ। 2008, 2009, 2010, 15, 2020 ਤੱਕ, ਜਦੋਂ ਕਰੋਨਾ ਨੇ ਸਾਨੂੰ ਆ ਕੇ ਗਿਰਫਤ ਵਿੱਚ ਲਿੱਤਾ ਸਾਰੇ ਮੁਲਕਾਂ ਨੂੰ, ਉਹ ਵਿਆਜ ਦੀ ਦਰ ਜਿਹੜੀ ਹੈ ਉਹ ਹੋਰ ਥੱਲੇ ਕੀਤੀ ਗਈ। ਸਾਰੇ ਮੁਲਕਾਂ ਨੇ, ਸਾਰੀਆਂ ਸਰਕਾਰਾਂ ਨੇ ਪੈਸਾ ਜਿਹੜਾ ਹੈ, ਲਿਕੁਇਡਿਟੀ ਜਿਹੜੀ ਹੈ, ਉਹਨੂੰ ਪੈਸਾ ਕਹਿੰਦੇ ਆ ਜੀ, ਪੈਸਾ ਜਿਹੜਾ ਹੈ ਉਹਨੂੰ ਮਾਰਕੀਟ ਦੇ ਵਿੱਚ ਛੱਡਿਆ, ਲੋਕਾਂ ਦੇ ਵੈਲਫੇਅਰ ਵਾਸਤੇ ਉਸ ਪੈਸੇ ਨੂੰ ਮਾਰਕੀਟ ਦੇ ਵਿੱਚ ਛੱਡਿਆ। ਵਿਆਜ ਨੂੰ ਘੱਟ ਰੱਖਿਆ ਗਿਆ। ਹੋਰ ਕਈ ਤਰੀਕੇ ਦੇ ਯਤਨ ਕੀਤੇ ਗਏ, ਜਿਵੇਂ ਕਈ ਕਿਸ਼ਤਾਂ ਜਿਹੜੀਆਂ ਸੀ ਉਹ ਮੁਲਤਵੀ ਕੀਤੀਆਂ ਗਈਆਂ ਬੈਂਕਾਂ ਦੁਆਰਾ। ਗਰੰਟੀ ਸਰਕਾਰਾਂ ਨੇ ਦਿੱਤੀ ਕਿ ਲੋਕਾਂ ਨੂੰ ਪੈਸਾ ਮਿਲਦਾ ਰਹੇ। ਪਰ ਜਦੋਂ 2022 ਦੇ ਵਿੱਚ ਜਦੋਂ ਇਹ ਜੰਗ ਲੱਗ ਗਈ ਰੂਸ ਤੇ ਯੂਕਰੇਨ ਦੀ, ਉਹ ਹੋਇਆ ਕਿ ਹਰ ਪੱਖੋਂ ਜਿਹੜਾ ਮਹਿੰਗਾਈ ਹੈ, ਆਪਾਂ ਪਹਿਲਾਂ ਵੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਇਹਦੀ ਗੱਲ ਕੀਤੀ ਹੈ ਵੀ ਮਹਿੰਗਾਈ ਵਧਣ ਲੱਗ ਗਈ। ਜਦੋਂ ਮਹਿੰਗਾਈ ਵਧੀ, ਉਹ ਜੋ ਸਰਕਾਰਾਂ ਪਹਿਲੋਂ ਕਰਦੀਆਂ ਆ ਰਹੀਆਂ ਸਨ ਵੀ ਕਰਜ਼ੇ ਸਸਤੇ ਰੱਖੇ ਹੋਏ ਸੀ, ਲੋਕਾਂ ਤੱਕ ਪੈਸਾ ਪਹੁੰਚੇ, ਉਹ ਸਿਸਟਮ ਉਲਟਾ ਹੋ ਗਿਆ।
ਸਿਸਟਮ ਉਲਟਾ ਕਿਉਂ ਹੋਇਆ? ਕਿਉਂਕਿ ਮਹਿੰਗਾਈ ਨੂੰ ਕਾਬੂ ਕਰਨ ਦੇ ਲਈ ਕੇਂਦਰੀ ਬੈਂਕ ਕੋਲ ਸਭ ਤੋਂ ਵੱਡਾ ਜਿਹੜਾ ਹਥਿਆਰ ਹੈ ਕਿਸੇ ਵੀ ਮੁਲਕ ਦੇ ਵਿੱਚ, ਕਿਸੇ ਵੀ ਮੁਲਕ ਦੇ ਕੇਂਦਰੀ ਬੈਂਕ ਦੇ ਵਿੱਚ, ਉਹ ਹੁੰਦਾ ਵਿਆਜ ਦੀ ਦਰ ਵਧਾ ਦਿਓ। ਤਾਂ ਸਾਰੇ ਪਾਸੇ ਅਸੀਂ ਦੇਖਿਆ, ਅਮਰੀਕਾ ਦੇ ਵਿੱਚ ਅਸੀਂ ਦੇਖਿਆ, ਜਾਪਾਨ ਦੇ ਅਸੀਂ ਇੰਗਲੈਂਡ ਦੇ ਵਿੱਚ ਅਸੀਂ ਦੇਖਿਆ, ਅਸੀਂ ਹਿੰਦੁਸਤਾਨ ਦੇ ਵਿੱਚ ਦੇਖਿਆ, ਵੱਡੀਆਂ ਅਰਥ ਵਿਵਸਥਾਵਾਂ ਦੇ ਵਿੱਚ ਦੇਖਿਆ, ਜਿਹੜਾ ECB ਹੈ, ਯੂਰਪੀਅਨ ਸੈਂਟਰਲ ਬੈਂਕ, ਜਿਹਦੇ ਵਿੱਚ ਇੰਨੇ ਸਾਰੇ 27-28 ਮੁਲਕ ਆਉਂਦੇ ਨੇ ਯੂਰੋਜ਼ੋਨ ਵਾਲੇ, ਉਹਨਾਂ ਸਾਰਿਆਂ ਦੇ ਵਿੱਚ ਅਸੀਂ ਦੇਖਿਆ ਵੀ ਵਿਆਜ ਜਿਹੜਾ ਵਧਾਇਆ ਗਿਆ। ਚੀਨ ਔਰ ਜਾਪਾਨ ਦੇ ਵਿੱਚ ਇਹਨਾਂ ਨੂੰ ਥੋੜਾ ਜਿਹਾ ਅਲੱਗ ਰੱਖਿਆ ਗਿਆ, ਇਹਨਾਂ ਦੇ ਮਸਲੇ ਅਲੱਗ ਤਰੀਕੇ ਦੇ ਨੇ। ਤਾਂ ਬਾਕੀ ਵਰਲਡ ਓਵਰ ਜਿਹੜੇ ਵਿਆਜ ਨੇ ਉਹ ਵਧੇ। ਲੇਕਿਨ ਉਸ ਤੋਂ ਬਾਅਦ ਹੁਣ ਅਸੀਂ ਫੇਰ ਦੇਖ ਰਹੇ ਹਾਂ ਵੀ ਹਜੇ ਸਾਲ ਨਹੀਂ ਹੋਇਆ, 6 ਮਹੀਨੇ, ਹਜੇ ਮਹਿੰਗਾਈ ਕਾਬੂ ਨਹੀਂ ਹੋਈ। 6 ਮਹੀਨੇ ਤੱਕ ਜਿਹੜੇ ਅਸੀਂ ਵਿਆਜ ਵਧਾ ਰਹੇ ਸੀ, ਅਸੀਂ ਦੇਖਦੇ ਹਾਂ ਹੁਣ ਉਹ ਵਿਆਜ ਜਿਹੜੇ ਨੇ ਮੁੜ ਕੇ, ਜਿੱਦਾਂ ਰਿਜ਼ਰਵ ਬੈਂਕ ਨੇ ਕੀਤਾ, ਉਹਦੇ ਤੇ ਫੁੱਲ ਸਟਾਪ ਲਾਤਾ ਵੀ ਹਜੇ ਅਸੀਂ ਨਹੀਂ ਵਿਆਜ ਵਧਾ ਰਹੇ। ਔਰ ਜਿਹੜੇ ਬਾਹਰਲੇ ਮੁਲਕ ਨੇ, ਜਾਪਾਨ ਹੈ, ਇੰਗਲੈਂਡ ਹੈ ਜਾਂ USA ਹੈ, ਅਮਰੀਕਾ ਜਾਂ ਇੰਗਲੈਂਡ ਦੇ ਵਿੱਚ, ਉੱਥੇ ਦੇ ਜਿਹੜੇ ਸੈਂਟਰਲ ਬੈਂਕਸ ਨੇ, ਉਹਨਾਂ ਨੇ, ਕੇਂਦਰੀ ਬੈਂਕਾਂ ਨੇ ਜਿਹੜਾ ਲਿਕੁਇਡਿਟੀ ਹੈ, ਪੈਸਾ ਮੁੜ ਕੇ ਛੱਡਣਾ ਸ਼ੁਰੂ ਕਰਤਾ। ਹੁਣ ਮੈਂ ਇਸ ਲਾਈਟ ਦੇ ਵਿੱਚ ਤੁਹਾਨੂੰ ਕਿਹਾ ਵੀ ਇੰਨੀ ਤੇਜ਼ੀ ਨਾਲ ਇਹ ਚੇਂਜਸ ਆ ਰਹੀਆਂ। ਪਹਿਲਾਂ ਵਿਆਜ ਘਟ ਰਿਹਾ, ਫਿਰ ਵਿਆਜ ਵਧ ਗਿਆ, ਹੁਣ ਫਿਰ 6 ਮਹੀਨਿਆਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਬੈਂਕਾਂ ਦੇ ਉੱਤੇ ਸੰਕਟ ਆ ਗਿਆ, ਔਰ ਸਰਕਾਰਾਂ ਜਿਹੜੀਆਂ ਬੈਂਕਾਂ ਨੂੰ ਬਚਾਉਣ ਦੇ ਲਈ ਫਿਰ ਪੈਸਾ ਇੱਕ ਵਾਰੀ ਲਿਕੁਇਡਿਟੀ ਜਿਹੜੀ ਹੈ ਛੱਡ ਰਹੀ ਹੈ। ਤਾਂ ਇਹਦਾ ਕਿਤੇ ਨਾ ਕਿਤੇ ਰੈਪਰਕਸ਼ਨਸ ਆਉਂਦੀਆਂ ਨੇ। ਇਸ ਕਰਕੇ ਮੈਂ ਕਿਹਾ ਐਜ਼ ਆਫ ਨਾਓ the money deposited in banks is safe, ਪਰ ਕਿਆ ਇਹ ਸੇਫ ਰਹੇਗਾ, ਇਹ ਪੱਕੀ ਗੱਲ ਨਹੀਂ। ਡਾਊਟਫੁਲ ਹੈ ਯਾ, ਕਿਉਂਕਿ ਕਿੱਦਾਂ ਇਕਨੋਮੀ ਪਰਫਾਰਮ ਕਰਦੀ ਆ ਔਰ ਸਰਕਾਰ ਕਿੱਥੋਂ ਤੱਕ ਉਹਨੂੰ ਕੰਟਰੋਲ ਕਰ ਸਕਦੀ ਹੈ, ਇਨਫਲੇਸ਼ਨ ਨੂੰ ਕਿੱਥੋਂ ਤੱਕ ਕੰਟਰੋਲ ਕਰ ਸਕਦੀ ਹੈ, ਫਾਈਨੈਂਸ਼ੀਅਲ ਸਟਰਕਚਰ ਨੂੰ ਕਿੱਥੋਂ ਤੱਕ ਕਾਇਮ ਰੱਖ ਸਕਦੀ ਹੈ। ਸੋ ਇਟ ਡਿਪੈਂਡਸ। ਟਾਈਮ ਹੈ, ਕਿਉਂਕਿ ਟਾਈਮ ਇੱਦਾਂ ਦਾ, ਪ੍ਰੈਸ਼ਰਸ ਬਹੁਤ ਜ਼ਿਆਦਾ ਨੇ। ਸੋ ਬੈਂਕ ਡੁੱਬਦੇ ਵੀ ਪਏ ਨੇ, ਅਮਰੀਕਾ ਦੇ ਵਿੱਚ ਵੀ ਸਿਲੀਕਨ ਵੈਲੀ ਸਾਡੇ ਸਾਹਮਣੇ ਆਇਆ। ਸਾਰੇ ਅਸੀਂ ਡਰ ਗਏ ਕਿ ਭਾਰਤ ਦੇ ਉੱਤੇ ਵੀ ਉਹਦਾ ਪਤਾ ਨਹੀਂ ਕੀ ਅਸਰ ਹੋਣ ਵਾਲਾ ਹੈ। ਸੋ ਬਾਈ ਗॉड्स ਗ੍ਰੇਸ ਹਜੇ ਤੱਕ ਤਾਂ ਸੰਭਲਿਆ ਹੋਇਆ। ਉਹ ਕਾਮਨ ਮੈਨ, ਸਾਡਾ ਆਮ ਜਨਤਾ ਜਿਹੜੀ ਹੈ, ਉਹ ਬੈਂਕਾਂ ਨੂੰ ਫੜ ਕੇ ਬੈਠੀ ਹੋਈ ਹੈ। ਖੈਰ ਕਾਰਪੋਰੇਟਸ ਦਾ ਪੈਸਾ ਹੁੰਦਾ ਹੈ ਅਮਰੀਕਾ ਦੇ ਵੱਡੇ ਵੱਡੇ ਬੈਂਕਾਂ 'ਚ, ਇੱਥੇ ਆਮ ਜਨਤਾ ਦਾ ਪੈਸਾ ਕਢਵਾਉਂਦੇ ਹੀ ਨਹੀਂ, ਬੈਂਕਾਂ ਦੇ ਵਿੱਚ ਸੇਫ ਰੱਖਦੇ ਨੇ। ਪਰ ਫਿਰ ਵੀ ਡਾਊਟਫੁਲ ਕੇਸ ਹੈ, ਤੁਸੀਂ ਜਿਸ ਤਰ੍ਹਾਂ ਦੱਸਿਆ। ਸੋ ਅਮਰੀਕਾ ਦੇ ਵਿੱਚ ਬੈਂਕਸ ਦਾ ਫੇਲਵਰ ਹੋਣਾ ਆਪਾਂ ਦੇਖਦੇ ਹਾਂ। ਹੋਰ ਵੀ ਕਈ ਦੇਸ਼ਾਂ 'ਚ ਬਹੁਤ ਕੰਡੀਸ਼ਨਸ ਇੱਦਾਂ ਦੀਆਂ ਕ੍ਰਾਈਸਿਸ ਬਣੀਆਂ ਹੋਈਆਂ। ਹੁਣ ਰੀਸੈਂਟਲੀ ਸਵਿਟਜ਼ਰਲੈਂਡ ਦੇ ਬੈਂਕਸ ਦੇ ਵਿੱਚ ਵੀ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ। ਸਵਿਸ ਬੈਂਕ ਦਾ ਅਸੀਂ ਖਾਸ ਕਰਕੇ ਜ਼ਿਕਰ ਕਰਦੇ ਹਾਂ। ਕਈ ਵਾਰ ਇੱਕ ਗੱਲ ਬਣੀ ਹੋਈ ਹੈ ਕਿ ਜਿਹੜੀ ਬਲੈਕ ਮਨੀ ਹੈ ਸਾਰੀ ਸਵਿਟਜ਼ਰਲੈਂਡ ਦੇ ਬੈਂਕਾਂ ਦੇ ਵਿੱਚ ਜਮ੍ਹਾਂ ਕਰਦੇ ਨੇ ਵੱਖ-ਵੱਖ ਦੇਸ਼ਾਂ ਦੇ ਰਾਜਨੇਤਾ, ਪੋਲੀਟੀਸ਼ੀਅਨਸ, ਉਹ ਸਾਰਾ ਜਨਤਾ ਦਾ ਪੈਸਾ ਉੱਥੋਂ ਲੁੱਟ ਕੇ ਜਿਹੜਾ ਵੀ ਉਹ ਲੁੱਟ ਸਕਦੇ ਨੇ ਉਹ ਸਵਿਸ ਬੈਂਕ ਦੇ ਵਿੱਚ ਪਾ ਦਿੰਦੇ ਨੇ। ਔਰ ਸਵਿਟਜ਼ਰਲੈਂਡ ਦੀ ਇਕੋਨਮੀ ਜਿਹੜੀ ਉਹ ਇਸੇ ਬੇਸ 'ਤੇ ਚੱਲਦੀ ਹੈ ਕਿ ਬਾਹਰ ਦੇ ਜੋ ਮੁਲਕਾਂ ਦੇ ਸਾਰੇ ਬਲੈਕ ਮਨੀ ਕਮਾਉਣ ਵਾਲੇ ਰਾਜਨੇਤਾ ਨੇ, ਪੋਲੀਟੀਸ਼ੀਅਨਸ ਜਾਂ ਵੱਡੇ 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 ਬਿਜ਼ਨਸਮੈਨਸ ਨੇ, ਉਹ ਸਾਰੇ ਉੱਥੇ ਪੈਸਾ ਰੱਖਦੇ ਨੇ। ਵੈਸੇ ਉਹਨਾਂ ਨੇ ਸਵਿਟਜ਼ਰਲੈਂਡ ਬਣਾਇਆ, ਬੜਾ ਖੂਬਸੂਰਤ ਹੋਇਆ। ਯੂ ਕੈਨ ਵਿਜ਼ਿਟ, ਬਹੁਤ ਮਜ਼ਾ ਆਏਗਾ ਦੇਖ ਕੇ ਸੁੰਦਰਤਾ ਉੱਥੋਂ ਦੀ। ਸੋ ਇਹ ਅਮਰੀਕਾ ਦੇ ਬੈਂਕਸ ਔਰ ਸਵਿਟਜ਼ਰਲੈਂਡ ਦੇ ਬੈਂਕਸ ਦੋਵਾਂ ਦੇ ਉੱਤੇ ਕ੍ਰਾਈਸਿਸ, ਇਹਦੇ 'ਚ ਸਿਮਿਲੈਰਿਟੀ ਕੀ ਹੈ ਜਾਂ ਵੱਖਰੋ ਵੱਖਰੀ ਇਕੋਨਮੀ ਹੈ, ਵੱਖੋ ਵੱਖਰੀ ਇਹਦੀ ਬੈਕਗਰਾਊਂਡ ਹੈ? ਰਾਜੀਵ ਜੀ, ਇਹਨਾਂ ਦੀ ਜਿਹੜੀ ਸਮੱਸਿਆਵਾਂ ਨੇ ਉਹ ਵੀ ਵੱਖੋ ਵੱਖ ਨੇ। ਇੱਕੋ ਹੀ ਸਿਰਫ ਸਿਮਿਲੈਰਿਟੀ ਹੈ ਵੀ ਦੋਨੋਂ ਧਿਰਾਂ ਦੇ ਉੱਤੇ ਅਟਲਾਂਟਿਕ ਦੇ, ਸਵਿਟਜ਼ਰਲੈਂਡ ਦੇ ਵਿੱਚ ਵੀ ਔਰ ਅਮਰੀਕਾ ਦੇ ਵਿੱਚ ਵੀ ਬੈਂਕ ਗਿਰੇ ਆ। ਸਿਰਫ ਇਹਨਾਂ ਦੇ ਵਿੱਚ ਇੱਕੋ ਹੀ ਸਿਮਿਲੈਰਿਟੀ ਹੈ। ਅਦਰਵਾਈਜ਼ ਜਦੋਂ ਅਸੀਂ ਦੇਖਦੇ ਹਾਂ ਵੀ ਦੋਨਾਂ ਦੀਆਂ ਸਮੱਸਿਆਵਾਂ ਬਿਲਕੁਲ ਅਲੱਗ ਹੈ, ਕੋਈ ਸਿਮਿਲੈਰਿਟੀ ਨਹੀਂ ਹੈ। ਜੇ ਅਸੀਂ ਬਹੁਤ ਵੱਡੀਆਂ ਕੋਈ ਸਿਮਿਲੈਰਿਟੀਜ਼ ਜੇ ਡਰਾ ਕਰੀਏ ਦੂਰੋਂ ਨੇੜਿਓਂ ਤਾਂ ਇੱਕੋ ਹੀ ਬਣ ਸਕਦੀ ਹੈ ਖੰਨਾ ਸਾਹਿਬ ਵੀ ਵਿਆਜ ਜਿਹੜੇ ਨੇ ਵਧੇ ਨੇ। ਲੇਕਿਨ ਅਦਰਵਾਈਜ਼ ਜਦੋਂ ਅਸੀਂ ਦੇਖਦੇ ਹਾਂ ਵੀ ਇਹਨਾਂ ਦੇ ਵਿੱਚ ਕੀ ਸਿਮਿਲੈਰਿਟੀ ਹੈ, ਤਾਂ ਮੈਨੂੰ ਤਾਂ ਦੇਖੋ, ਮੈਂ ਆਪਣੇ ਨਿੱਜੀ ਤੌਰ ਤੇ ਦੱਸਦਾ ਵੀ ਮੈਨੂੰ ਇਹਦੇ ਤੇ ਕੋਈ ਸਿਮਿਲੈਰਿਟੀ ਨਜ਼ਰ ਨਹੀਂ ਆਈ। ਜਿਹੜੀ ਅਮਰੀਕਾ ਦਾ ਸੰਕਟ ਹੈ ਬੈਂਕਾਂ ਦਾ, ਉਹ ਖਾਸ ਕਰਕੇ ਰੈਗੂਲੇਟਰਸ ਦੀ ਅਣਦੇਖੀ ਦਾ ਸੰਕਟ ਹੈ। ਜਦੋਂ ਅਸੀਂ, ਕਿਉਂਕਿ ਉਸ ਸਿਲੀਕਨ ਵੈਲੀ ਬੈਂਕ ਦੀ ਮੈਂ ਗੱਲ ਕਰ ਰਿਹਾ, ਜਾਂ ਸਿਲਵਰਗੇਟ ਦੀ, ਜਾਂ ਫਸਟ ਰਿਪਬਲਿਕ ਬੈਂਕ ਦੀ, ਜਿਹੜੇ ਜਾਂ ਸਿਗਨੇਚਰ ਬੈਂਕ, ਜਿਹੜੇ ਉੱਥੇ 3-4 ਬੈਂਕ ਜਿਹੜੇ ਢਾਏ ਨੇ, ਉਹਨਾਂ ਦੇ ਵਿੱਚ ਰੈਗੂਲੇਟਰੀ ਪ੍ਰੋਬਲਮਸ ਹਨ। ਜਦੋਂ ਅਸੀਂ ਸਵਿਟਜ਼ਰਲੈਂਡ ਦੇ ਸੰਕਟ ਦੀ ਗੱਲ ਕਰਦੇ, ਜਿਹੜਾ ਕ੍ਰੈਡਿਟ ਸਵਿਸ ਦਾ ਸੰਕਟ ਹੈ, ਉਹਦੀ ਸਾਖ ਨੂੰ ਲੈ ਕੇ ਪ੍ਰੋਬਲਮ ਸੀ, ਉਹਦੀ ਗੁੱਡਵਿਲ ਗਿਰੀ ਸੀਗੀ। ਉਹਦੀ ਗੁੱਡਵਿਲ ਕਿਉਂ ਗਿਰੀ ਸੀ ਆਪਾਂ ਅੱਗੇ ਡਿਸਕਸ ਕਰ ਲੈਂਦੇ ਹਾਂ। ਸ਼ੋਰ, ਉਹਦੀ ਗੁੱਡਵਿਲ ਕਿਉਂ ਗਿਰੀ ਸੀ ਆਪਾਂ ਅੱਗੇ ਡਿਸਕਸ ਕਰ ਲੈਂਦੇ ਹਾਂ। ਆਪਾਂ ਇਸੇ ਲਾਈਟ 'ਚ ਦੇਖੀਏ,
ਇੱਕ ਪਾਸੇ ਵਰਲਡ ਦੇ ਬੈਂਕਸ ਨੇ, ਨਾਟ ਵਰਲਡ ਬੈਂਕ, ਵਰਲਡ ਦੇ, ਪੂਰੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਬੈਂਕਸ ਨੇ, ਇੱਕ ਪਾਸੇ ਸਾਡਾ ਇੰਡੀਆ ਦਾ ਬੈਂਕ ਹੈ। ਸੋ ਇੰਡੀਆ ਦੇ ਬੈਂਕਸ ਵੀ ਕਾਫੀ ਦੇਖਦੇ ਹਾਂ ਕਿ ਅਸੀਂ ਲਾਸਿਸ ਵਿੱਚ, ਕਿਉਂਕਿ ਲੋਕ ਇੱਥੋਂ ਦੇ ਕਰਜ਼ਾ ਲੈ ਕੇ, ਪੈਸੇ ਲੈ ਕੇ ਦੌੜ ਗਏ, ਔਰ ਕੁਝ ਜੋ ਕਰਜ਼ੇ ਸੀ ਕਾਰਪੋਰੇਟ ਸੇ ਗਵਰਨਮੈਂਟ ਨੇ ਮਾਫ ਕਰ ਦਿੱਤੇ ਹਜ਼ਾਰਾਂ ਕਰੋੜ ਦੇ, ਔਰ ਉਹ ਵੀ ਇੱਕ ਚੀਜ਼ਾਂ ਬਣਦੀਆਂ ਨੇ। ਬੈਂਕ ਵੀ ਸੰਕਟ ਵਿੱਚ ਨੇ। ਸੋ ਸਰਕਾਰ ਵੀ ਬੈਂਕਾਂ ਤੋਂ ਕਰਜ਼ਾ ਲੈਂਦੀ ਹੈ, ਸਾਡੀ ਸੈਂਟਰਲ ਗਵਰਨਮੈਂਟ, ਉਹ ਵੀ ਇੱਕ ਚੀਜ਼ ਇਹਦੇ ਵਿੱਚ ਦੇਖਣ ਨੂੰ ਮਿਲਦੀ ਹੈ। ਸੋ ਕੁੱਲ ਮਿਲਾ ਕੇ ਜੇ ਅਸੀਂ ਪੂਰੀ ਦੁਨੀਆ ਦੇ ਬਾਕੀ ਬੈਂਕਸ ਦੇ ਨਾਲ ਕੰਪੈਰੀਜ਼ਨ ਕਰੀਏ ਇੰਡੀਆ ਦੇ ਬੈਂਕਸ ਦਾ, ਤਾਂ ਕੌਣ ਜਿੱਤਦਾ ਹੈ, ਕੌਣ ਹਾਰਦਾ, ਜਾਂ ਸੇਮ ਸਿਚੁਏਸ਼ਨ ਦੇ ਉੱਤੇ ਖੜੇ ਨੇ ਦੋਨੋਂ ਬੈਂਕਸ? ਰਾਜੀਵ ਜੀ। ਦੇਖੋ ਸਰ, ਹਿੰਦੁਸਤਾਨ ਦੇ ਵਿੱਚ ਅਸੀਂ ਅਣਛੁੱਤੇ ਤਾਂ ਨਹੀਂ ਰਵਾਂਗੇ। ਇਹ ਨਹੀਂ ਹੋ ਸਕਦਾ ਵੀ ਹਿੰਦੁਸਤਾਨ ਨੂੰ ਪ੍ਰੋਬਲਮਸ ਨਾ ਆਉਣ, ਪ੍ਰੋਬਲਮ ਤਾਂ ਆਉਣਗੀਆਂ। ਕਿਉਂਕਿ ਜਦੋਂ ਅਸੀਂ ਇਹਦਾ ਪਿਛੋਕੜ ਦੇਖਦੇ ਹਾਂ, 2008 ਦਾ ਕ੍ਰਾਈਸਿਸ ਦੇਖਦੇ ਹਾਂ, ਸਤੰਬਰ ਮਹੀਨੇ ਦੇ ਵਿੱਚ ਬਹੁਤ ਵੱਡੇ ਵੱਡੇ ਬੈਂਕ ਅਮਰੀਕਾ ਦੇ ਵਿੱਚ ਗਿਰੇ ਸਨ। ਮੈਰਿਲ ਲਿੰਚ, ਲੇਮਨ ਬ੍ਰਦਰਸ, ਅਮਰੀਕਨ ਇੰਟਰਨੈਸ਼ਨਲ ਗਰੁੱਪ, ਇਦਾਂ ਦੇ ਵੱਡੇ ਬੈਂਕ ਗਿਰੇ। ਲੇਕਿਨ ਉਸ ਤੋਂ ਪਹਿਲਾਂ ਇਹ ਇੱਕ ਦਿਨ ਚ ਨਹੀਂ ਹੋ ਗਿਆ ਸੀ। ਜੇ ਅਸੀਂ ਉਸ ਤੋਂ ਪਹਿਲਾਂ ਝਾਤੀ ਮਾਰਦੇ ਹਾਂ ਤਾਂ 2007 ਤੋਂ ਇਹ ਪ੍ਰੋਬਲਮ ਆਣੀ ਸ਼ੁਰੂ ਹੋ ਗਈ ਸੀ। ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਜਿਹੜੇ ਨੇ, ਜ਼ਰੂਰੀ ਨਹੀਂ ਕਿ ਬੈਂਕਸ ਹੀ ਗਿਰੇ ਹੋਣਗੇ, ਜਿਹੜੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਹੈ ਉਹ 2007 ਤੋਂ ਗਿਰਨਾ ਸ਼ੁਰੂ ਹੋ ਗਏ ਸੀ। ਮੈਂ ਇਸ ਚੀਜ਼ ਦੇ ਬਾਰੇ ਥੋੜਾ ਜਿਹਾ ਇਹਦੇ ਬਾਰੇ ਮੈਂ ਦੇਖ ਰਿਹਾ ਸੀ। ਜਿਹੜਾ ਫੈਨੀ ਮਾ ਔਰ ਫਰੈਡੀ ਮਾਰਕ ਉੱਥੇ ਦਾ ਇੱਕ ਇੰਸਟੀਟਿਊਸ਼ਨ ਸੀਗਾ। ਇਸੇ ਤਰੀਕੇ ਦੇ ਨਾਲ ਬੀਅਰ ਸਟਰਨਸ ਉੱਥੇ ਦਾ ਇੱਕ ਇੰਸਟੀਟਿਊਸ਼ਨ ਸੀ। ਨਿਊ ਸੈਂਚੁਰੀ, ਨੈਟ ਬੈਂਕ, ਇਹ ਸਭ ਉਹਨਾਂ ਵੱਡੇ ਬੈਂਕਾਂ ਤੋਂ ਪਹਿਲਾਂ ਗਿਰ ਗਏ ਸੀ। ਜਦੋਂ ਅਸੀਂ ਹੁਣ ਇਸ ਲਾਈਟ ਦੇ ਵਿੱਚ ਦੇਖਦੇ ਹਾਂ ਤਾਂ ਜਿਹੜਾ ਸਿਲੀਕਨ ਵੈਲੀ ਬੈਂਕ ਹੈ ਉਹ ਇੱਕ ਵੱਡਾ ਬੈਂਕ ਹੈ, ਲੇਕਿਨ ਉਸ ਦੇ ਨਾਲ ਜਿਹੜੇ 3 ਛੋਟੇ ਬੈਂਕ ਗਿਰੇ ਆ, ਸਿਲਵਰ ਗੇਟ, ਉਹਦੇ ਵਿੱਚ ਸੰਕਟ ਆਇਆ, ਸਿਗਨੇਚਰ ਬੈਂਕ ਦੇ ਵਿੱਚ ਸੰਕਟ ਆਇਆ, ਫਸਟ ਰਿਪਬਲਿਕ ਦੇ ਵਿੱਚ ਸੰਕਟ ਆਇਆ, ਉਸ ਤੋਂ ਬਾਅਦ ਸਿਲੀਕਨ ਵੈਲੀ ਬੈਂਕ ਦੇ ਵਿੱਚ ਸੰਕਟ ਆਇਆ। ਹਜੇ ਤਾਂ ਸਰਕਾਰਾਂ ਨੇ ਉਹਨੂੰ ਠੱਪ ਲਿਆ, ਹਜੇ ਤਾਂ ਮਾਰਗਨ ਸਟੈਨਲੇ ਨੂੰ ਉਹਨੇ ਬੁਲਾ ਲਿਆ, ਜਾਂ ਉੱਥੇ ਦੀ ਜਿਹੜੀ ਇੱਕ ਸੰਸਥਾ ਹੈਗੀ FDIC, ਜਿੱਦਾਂ ਸਾਡੇ ਹੈਗੀ ਹੈ ਡਿਪੋਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ, ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ DICGC, ਜਿਹੜੀ ਹਿੰਦੁਸਤਾਨ ਦੇ ਵਿੱਚ ਲੋਕਾਂ ਦੇ, ਨਿਵੇਸ਼ਕਾਂ ਦੇ ਪੈਸੇ ਦਾ ਬਚਾਅ ਕਰਦੀ ਹੈ। ਉਦਾਂ ਹੀ ਉੱਥੇ ਇੱਕ ਸੰਸਥਾ ਹੈ, ਉਹਦਾ ਨਾਮ ਹੈ FDIC, ਫੈਡਰਲ ਡਿਪੋਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ। ਉਹ ਉੱਥੇ ਦੇ ਲੋਕਾਂ ਦੇ ਪੈਸੇ ਨੂੰ ਸੰਭਾਲ ਕੇ ਰੱਖਦੀ ਹੈ। ਉਸ ਸੰਸਥਾ ਨੂੰ ਉੱਥੇ ਦੇ US ਫੈਡ ਨੇ ਇਟ ਰੋਪਡ ਇਨ, ਉਹਨੂੰ ਬੁਲਾਇਆ ਕਿ ਬੈਂਕਾਂ ਨੂੰ ਸੰਭਾਲੋ, ਇਹ ਬੈਂਕਾਂ ਜਿਹੜੀਆਂ ਗਿਰਨ ਲੱਗੀਆਂ, ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਜਿਹੜਾ ਹੈ ਬੈਂਕਾਂ ਪ੍ਰਤੀ ਪੈਦਾ ਕਰੋ। ਇਹ FDIC ਨੂੰ ਉਹਨਾਂ ਨੇ ਬੁਲਾ ਲਿਆ ਤੇ ਬਚਾ ਲਿਆ। ਹਾਲ ਦੀ ਘੜੀ ਕੰਮ ਸਰ ਗਿਆ। ਇਸੇ ਤਰੀਕੇ ਦੇ ਨਾਲ ਕ੍ਰੈਡਿਟ ਸਵਿਸ ਦੀ ਜਦੋਂ ਗੱਲ ਕਰਦੇ ਹਾਂ ਤਾਂ ਕ੍ਰੈਡਿਟ ਸਵਿਸ ਦੇ ਵਿੱਚ ਕੀ ਹੋਇਆ, ਉੱਥੇ ਦਾ ਸਵਿਸ ਨੈਸ਼ਨਲ ਬੈਂਕ ਜਿਹੜਾ ਹੈ ਇਟ ਸਪ੍ਰੰਗ ਇਨਟੂ ਐਕਸ਼ਨ, ਜਲਦੀ ਤੋਂ ਐਕਸ਼ਨ ਦੇ ਵਿੱਚ ਆ ਗਏ। ਉਹਨਾਂ ਨੇ 2008 ਵਾਂਗਰ ਵੇਟ ਨਹੀਂ ਕੀਤੀ, ਉਹ ਜਲਦੀ ਤੋਂ ਜਲਦੀ ਐਕਸ਼ਨ ਦੇ ਵਿੱਚ ਆਏ। ਹਜੇ ਤੱਕ ਉਹਨਾਂ ਨੇ ਚੀਜ਼ਾਂ ਨੂੰ ਸੰਭਾਲ ਲਿਆ, ਪੈਸਾ ਪ੍ਰੋਵਾਈਡ ਕਰਤਾ ਲੋਕਾਂ ਨੂੰ। ਪੈਸਾ ਜਿਹੜਾ ਹੈ, ਜਿਹੜੇ ਲੋਕ ਗਏ ਪੈਸਾ ਕਢਾਉਣ, ਜਦੋਂ ਉੱਥੇ ਹਫੜਾ ਦਫੜੀ ਮਚ ਗਈ, ਲੋਕ ਜਿਹੜੇ ਪੈਸਾ ਕਢਾਉਣ ਦੇ ਲਈ ਨਿਕਲੇ, ਮੇਰੇ ਤੁਹਾਡੇ ਵਰਗੇ, ਉਹਨਾਂ ਤੱਕ ਪੈਸਾ ਪਹੁੰਚ ਗਿਆ, ਕੋਈ ਸਮੱਸਿਆ ਨਹੀਂ ਆਉਣ ਦਿੱਤੀ। ਪਰ ਇਹ ਜਿਹੜੀ ਇੰਡੀਕੇਸ਼ਨਸ ਜਿਹੜੀਆਂ ਨੇ ਉਹ ਠੀਕ ਨਹੀਂ ਹੈ। ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਪ੍ਰੋਬਲਮਸ ਜ਼ਿਆਦਾ ਹੋ ਜਾਣ। ਤੁਸੀਂ ਜਿਹੜੀ ਗੱਲ ਕੀਤੀ ਹੈ ਖੰਨਾ ਸਾਹਿਬ ਵੀ ਹਿੰਦੁਸਤਾਨ ਦੇ ਬੈਂਕ, ਮੈਂ ਇੱਕ ਚੀਜ਼ ਦੇ ਨਾਲ ਆਪਣੀ ਗੱਲ ਖਤਮ ਕਰਾਂਗਾ ਬਈ ਹਿੰਦੁਸਤਾਨ ਦੇ ਬੈਂਕ, ਕਿਉਂਕਿ ਸਟਾਰਟਅਪਸ ਜਿਹੜੇ ਨੇ, ਇੰਡੀਅਨ ਸਟਾਰਟਅਪਸ ਜਿਹੜੇ ਨੇ, ਉਹਨਾਂ ਦਾ $1 ਬਿਲੀਅਨ, $1 ਬਿਲੀਅਨ ਦਾ ਮਤਲਬ ਹੋਇਆ ਤਕਰੀਬਨ 80,000 ਕਰੋੜ ਰੁਪਈਆ। ਸਾਡਾ ਜਿਹੜਾ ਸਾਡਾ 8,000 ਕਰੋੜ, ਸਾਡਾ ਜਿਹੜਾ ਇੰਨਾ ਪੈਸਾ ਪਿਆ ਉਹਨਾਂ ਦੇ ਵਿੱਚ, ਇਹ ਪੈਸਾ ਜਿਹੜਾ ਹੈ 8,000 ਕਰੋੜ ਰੁਪਈਆ ਸਾਡੇ ਸਟਾਰਟਅਪਸ ਦਾ ਸਿਲੀਕਨ ਵੈਲੀ ਬੈਂਕ ਦੇ ਵਿੱਚ ਪਿਆ। ਇਹ ਨਿਕਲ, ਜੇ ਤਾਂ ਇਹ ਨਿਕਲ ਆਉਂਦਾ ਹੈ ਫਿਰ ਤਾਂ ਸਾਡੇ ਸਟਾਰਟਅਪਸ ਨੂੰ ਪ੍ਰੋਬਲਮ ਨਹੀਂ ਆਏਗੀ, ਪਰ ਜੇ ਨਹੀਂ ਨਿਕਲਦਾ, ਕਿਸੇ ਤਰੀਕੇ ਦੇ ਨਾਲ
ਆਫਸ਼ੋਰਿੰਗ ਦੇ ਉੱਤੇ ਪ੍ਰੋਬਲਮ ਆ ਜਾਂਦੀ ਵੀ ਬਾਹਰਲਿਆਂ ਨੂੰ ਅਸੀਂ ਪੈਸਾ ਨਹੀਂ ਦੇ ਸਕਦੇ, ਹਜੇ ਸਿਰਫ ਅਸੀਂ ਘਰ ਵਾਲਿਆਂ ਨੂੰ ਪੈਸਾ ਦੇਵਾਂਗੇ। ਤਾਂ ਜੇ ਕੋਈ ਇਦਾਂ ਦੀ ਸਮੱਸਿਆ ਆ ਕੇ ਖੜੀ ਹੁੰਦੀ ਹੈ ਤਾਂ ਹਿੰਦੁਸਤਾਨ ਦੇ ਸਟਾਰਟਅਪਸ ਨੂੰ ਪੈਸਾ ਨਹੀਂ ਮਿਲੇਗਾ। ਜੇ ਹਿੰਦੁਸਤਾਨ ਦੇ ਸਟਾਰਟਅਪਸ ਨੂੰ ਪੈਸਾ ਨਹੀਂ ਮਿਲੇਗਾ, ਇਹਨਾਂ ਤੋਂ ਵਿਆਜ ਨਹੀਂ ਮੋੜੇ ਜਾਣੇ। ਆਲਰੇਡੀ ਸਟਾਰਟਅਪਸ ਜਿਹੜੇ ਨੇ ਇਹਨਾਂ ਦੇ ਲਈ ਵਿਆਜ ਜਿਹੜੇ ਆ ਜ਼ਿਆਦਾ ਕਿਸ਼ਤ ਦਾ ਭੁਗਤਾਨ ਕਰਨਾ ਪੈ ਰਿਹਾ। ਇਹਨਾਂ ਨੂੰ ਜਿਹੜੀ ਫੰਡਿੰਗ ਹੈ ਉਹ ਨਹੀਂ ਮਿਲ ਰਹੀ ਕਿਉਂਕਿ ਇਹਨਾਂ ਦੇ ਵਿੱਚ ਪੈਸਾ ਬਾਹਰੋਂ ਲੱਗਾ ਹੋਇਆ ਸੀ। ਸੌਫਟ ਬੈਂਕ ਜਾਂ ਟਾਈਗਰ ਵੈਲਥ ਜਾਂ ਅਲੀਬਾਬਾ ਨੇ ਪੈਸਾ ਲਾਇਆ ਹੋਇਆ ਸੀ। ਇਹਨਾਂ ਨੂੰ ਸੈਕੰਡ ਰਾਊਂਡ ਜਾਂ ਥਰਡ ਰਾਊਂਡ ਦੀ ਫੰਡਿੰਗ ਜਿਹੜੀ ਹੈ, ਪੈਸਾ ਜਿਹੜਾ ਹੈ, ਜਿੱਦਾਂ ਪੇਟੀਐਮ ਹੈ, ਪਾਲਿਸੀ ਬਾਜ਼ਾਰ ਹੈ, ਨਾਇਕਾ ਹੈ, ਇਹਨਾਂ ਨੂੰ ਪੈਸਾ ਨਹੀਂ ਪਹੁੰਚੇਗਾ। ਜੇ ਇਹਨਾਂ ਨੂੰ ਪੈਸਾ ਨਾ ਪਹੁੰਚਿਆ, ਉਧਰੋਂ ਇਹਨਾਂ ਦਾ ਪੈਸਾ ਬਲੌਕ ਹੋ ਗਿਆ, ਵਿਆਜ ਇਹਨਾਂ ਦੇ ਲਈ ਭੁਗਤਾਨ ਕਰਨਾ ਔਖਾ ਹੋ ਜਾਏਗਾ। ਸਾਡੇ ਬੈਂਕਾਂ ਦੇ ਉੱਤੇ ਫਿਰ ਡਾਇਰੈਕਟਲੀ ਔਰ ਇਨਡਾਇਰੈਕਟਲੀ ਜ਼ਰੂਰ ਅਸਰ ਪਏਗਾ। ਐਗਜ਼ੈਕਟਲੀ, ਕਿਉਂਕਿ ਨਾ ਘੁਮਾ ਦਿੱਤਾ ਜਾਂਦਾ ਗੱਲ ਨੂੰ, FDI ਕਹਿ ਦਿੱਤਾ ਜਾਂਦਾ। ਇਟ ਇਜ਼ ਨਾਟ FDI, ਨਾਟ ਫੋਰਨ ਡਾਇਰੈਕਟ ਇਨਵੈਸਟਮੈਂਟ, ਨੋ, ਇਹ ਫਾਈਨੈਂਸ਼ੀਅਲ ਕੈਪੀਟਲ ਹੈ। ਜਿੱਥੇ ਉਹਨਾਂ ਨੂੰ ਗੇਨਸ ਦਿਖੇਗਾ, ਉਹ ਆਪਣੀ ਫਾਈਨੈਂਸ ਨੂੰ, ਆਪਣੀ ਮਨੀ ਨੂੰ, ਆਪਣੀ ਕੈਪੀਟਲ ਨੂੰ ਮੂਵ ਕਰ ਜਾਣਗੇ। ਅਮਰੀਕਾ ਦੀਆਂ ਕੰਪਨੀਆਂ ਦਾ ਪੈਸਾ ਇੰਡੀਆ 'ਚ ਲੱਗਾ ਹੋਇਆ, ਮਾਰਕੀਟ 'ਚ ਲੱਗਾ ਹੋਇਆ, ਪਰ ਜਦੋਂ ਦੇਖਿਆ ਉੱਥੇ ਰੇਟ ਆਫ ਇੰਟਰਸਟ ਵੱਧਦਾ ਪਿਆ ਤੇ ਸਾਰਾ ਪੈਸਾ ਉਧਰ ਮੂਵ ਕਰ ਗਿਆ। ਦੈਨ ਇਹ ਕੋਈ FDI ਤਾਂ ਨਹੀਂ ਹੈ। ਸੋ ਜਨਤਾ ਦੇ ਨਾਲ ਇਹ ਸਾਰਾ ਖਿਲਵਾੜ ਕੀਤਾ ਜਾਂਦਾ ਹੈ, ਇਹ ਅਸੀਂ ਦੇਖਦੇ ਹਾਂ। ਔਰ ਇਹ ਬਕਾਇਦਾ ਮਤਲਬ ਔਥੈਂਟੀਕੇਟਿਡ ਤਰੀਕੇ ਦੇ ਨਾਲ ਜਨਤਾ ਦੇ ਨਾਲ ਇੱਕ ਘੁਮਾ ਦਿੱਤਾ ਜਾਂਦਾ, ਜਿਵੇਂ ਕਹਿੰਦੇ ਆ ਦਿਮਾਗ ਨੂੰ। ਸੋ ਇਹ ਸਭ ਚੱਲ ਰਿਹਾ ਹੈ। ਅਮਰੀਕਨ ਡਾਲਰ ਮਜ਼ਬੂਤ ਹੋ ਰਿਹਾ, ਹੋਰ ਜ਼ਿਆਦਾ ਮਜ਼ਬੂਤ ਹੋ ਰਿਹਾ। ਸਾਡਾ ਪੈਸਾ ਤਾਂ ਉੱਥੇ ਹੀ ਖੜਾ, ਇਸ ਕਰਕੇ ਸਾਨੂੰ ਲੱਗਦਾ ਹੈ ਕਿ ਅਸੀਂ ਕਮਜ਼ੋਰ ਹੋ ਰਹੇ ਹਾਂ। ਸੋ ਇਹ ਦਲੀਲ ਜਿਹੜੀ ਹੈ ਫਾਈਨੈਂਸ਼ੀਅਲ ਐਕਸਪਰਟਸ ਨੂੰ ਤਾਂ ਸਮਝ ਵਿੱਚ ਨਹੀਂ ਆਉਂਦੀ, ਆਮ ਜਨਤਾ ਨੂੰ ਤੁਸੀਂ ਭਰਮਾ ਸਕਦੇ ਹੋ। ਖੈਰ, ਜਿੱਥੇ ਵੀ ਇਹ ਸਾਡੀ ਇਕਨੋਮੀ ਪਰਫਾਰਮ ਕਰਦੀ ਪਈ ਹੈ ਉਹ ਸਾਨੂੰ ਦਿਖਾਈ ਦਿੰਦਾ ਪਿਆ। ਅੰਕੜਿਆਂ ਦਾ ਖੇਲ ਹੈ, ਅੰਕੜਿਆਂ ਦਾ ਖੇਲ ਤਾਂ ਜਿਵੇਂ ਮਰਜ਼ੀ ਮੈਨੂਪੂਲੇਟ ਕਰ ਲਓ, ਪਰ ਸੱਚਾਈ ਇਹ ਹੈ ਕਿ ਸਾਨੂੰ ਦੇਖਣਾ ਪਏਗਾ ਪਰਸੈਪਸ਼ਨ ਕੀ ਬਣੀ ਹੋਈ ਹੈ, ਸਾਖ ਕੀ ਬਣੀ ਹੋਈ ਹੈ, ਬੈਂਕਸ ਦੀ ਰੈਪੂਟੇਸ਼ਨ ਕੀ ਬਣੀ ਹੋਈ ਹੈ। ਸੋ ਅਸੀਂ ਜੇ ਵਰਲਡ ਦੇ ਬਾਕੀ ਦੇਸ਼ਾਂ ਦੇ ਬੈਂਕਸ ਦੀ ਸਾਖ ਔਰ ਇੰਡੀਆ ਦੇ ਬੈਂਕਸ ਦੀ ਸਾਖ ਨੂੰ ਕੰਪੈਰੀਜ਼ਨ ਕਰਨਾ ਚਾਹੀਏ ਤਾਂ ਲੋਕਾਂ ਦੇ ਦਿਲਾਂ ਦੇ ਵਿੱਚ ਕੀ ਸਥਾਨ ਬਣਿਆ ਹੋਇਆ ਹੈ, ਕੀ ਇਹਨਾਂ ਦੀ ਪੋਜੀਸ਼ਨ ਹੈ ਇਸ ਵਕਤ, ਕਿੰਨੀ ਕੁ ਇੱਜ਼ਤ ਰੱਖਦੇ ਨੇ। ਸਿੱਧੀ ਸਾਦੀ ਗੱਲ ਇਹ ਹੈ। ਰਾਜੀਵ ਜੀ, ਬੈਂਕਾਂ ਦੀ ਪੂਰੀ ਇੱਜ਼ਤ ਹੈ ਜੀ, ਲੋਕਾਂ ਦਾ, ਸਾਰਿਆਂ ਦਾ। ਸਾਡੀ ਜਿਹੜੀ ਬੈਂਕਿੰਗ ਵੀ ਹੈ ਇਹ ਦੁਨੀਆ ਤੋਂ ਅਲੱਗ ਹੈ। ਸਾਡੀ ਬੈਂਕਿੰਗ ਜਿਹੜੀ ਹੈ ਡਿਪੋਜ਼ਿਟਰਸ ਦੇ ਪੈਸੇ ਤੇ ਚੱਲਦੀ ਹੈ, ਔਰ ਸਾਡਾ ਜ਼ਿਆਦਾ ਜਿਹੜਾ ਬੈਂਕਾਂ ਦੇ ਵਿੱਚ ਪੈਸਾ ਉਹ ਡਿਪੋਜ਼ਿਟ ਦੇ ਤੌਰ ਤੇ ਪਿਆ, ਕਿਉਂਕਿ ਹਿੰਦੁਸਤਾਨ ਦੇ ਲੋਕਾਂ ਨੂੰ ਸ਼ੁਰੂ ਤੋਂ ਇਹ ਇਟ ਇਜ਼ ਅ ਬਲੈਸਿੰਗ ਇਨ ਗਾਈਜ਼। ਇਹ ਇਦਾਂ ਹੋਇਆ ਕਿ ਸਾਡੀ ਸੋਸ਼ਲ ਸਿਕਿਉਰਿਟੀ ਹੈ ਨਹੀਂ ਕਿ ਖੰਨਾ ਸਾਹਿਬ ਤੁਹਾਡੀ ਜਾਂ ਮੇਰੀ, ਜੇ ਅਸੀਂ ਪ੍ਰਾਈਵੇਟ ਨੌਕਰੀਆਂ ਦੇ ਵਿੱਚ ਹੈ, ਇਦਾਂ ਹੀ ਜੇ ਕੋਈ ਸੈਲਫ ਇੰਪਲੋਇਡ ਹੈ ਬੰਦਾ, ਉਹਨਾਂ ਨੂੰ ਸਰਕਾਰਾਂ ਵੱਲੋਂ, ਇਹ ਮੈਂ ਕਿਸੇ ਇੱਕ ਸਰਕਾਰ ਦੀ ਗੱਲ ਨਹੀਂ ਕਰ ਰਿਹਾ, ਮੈਂ ਕਿਸੇ ਵੀ ਸਰਕਾਰ ਨੂੰ ਕੰਪੇਅਰ ਨਹੀਂ ਕਰ ਰਿਹਾ, ਮੈਂ ਹਿੰਦੁਸਤਾਨ ਦੇ ਆਜ਼ਾਦੀ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰ ਰਿਹਾ। ਪਿਛਲੇ 70-75 ਸਾਲਾਂ ਦੇ ਵਿੱਚ ਅਸੀਂ ਲੋਕਾਂ ਨੂੰ ਸੋਸ਼ਲ ਸਿਕਿਉਰਿਟੀ ਦੇਣ ਦੇ ਵਿੱਚ ਨਾਕਾਮਯਾਬ ਰਹੇ ਹਾਂ, ਭਾਵੇਂ ਉਹ ਸੂਬੇ ਦੀ ਸਰਕਾਰ ਹੈ, ਚਾਹੇ ਉਹ ਕੇਂਦਰ ਦੀ ਸਰਕਾਰ ਹੈ, ਕਿਸੇ ਪਾਰਟੀ ਦੀ ਸਰਕਾਰ ਹੋਵੇ। ਹੁਣ ਲੋਕ ਕੀ ਕਰਦੇ ਨੇ, ਲੋਕ ਆਪਣੇ ਆਪ, ਔਰ ਇਹਦੇ ਕਰਕੇ ਅਸੀਂ ਇੱਕ ਲਾਈਨ ਹੋਰ ਮੈਂ ਇਹਦੇ ਜੋੜ ਦਵਾਂ, ਇਹਦੇ ਕਰਕੇ ਅਸੀਂ ਦੇਖਿਆ ਵੀ ਜਦੋਂ ਸਮੱਸਿਆਵਾਂ ਖੜੀਆਂ ਹੋ ਗਈਆਂ ਕਰੋਨਾ ਵੇਲੇ ਤਾਂ ਹਰ ਬੰਦਾ ਲਾਚਾਰ ਹੋ ਗਿਆ। ਇਸੇ ਤਰੀਕੇ ਦੇ ਨਾਲ ਸਰਕਾਰਾਂ ਵੀ ਲਾਚਾਰ ਹੋ ਗਈਆਂ। ਸਾਡੇ ਕੋਲ 80 ਕਰੋੜ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਦੀ ਲੋੜ ਕਿਉਂ ਪਈ? ਉਹ ਇਸੇ ਦਾ ਸਿੱਟਾ ਹੈ, ਕਿਉਂਕਿ ਸਾਡੇ ਕੋਲ ਸੋਸ਼ਲ ਸਿਕਿਉਰਿਟੀ ਮੈਜਰਸ ਨਹੀਂ ਸੀਗੀਆਂ। ਲੋਕ ਹਸਪੀਟਲਸ ਦੇ ਵਿੱਚ, ਪ੍ਰਾਈਵੇਟ ਹਸਪੀਟਲਸ ਦੇ ਵਿੱਚ ਇਲਾਜ ਬਹੁਤ ਮਹਿੰਗਾ ਸੀ, ਸਰਕਾਰੀ ਹਸਪੀਟਲਸ ਉਹ ਚੀਜ਼ਾਂ ਪ੍ਰੋਵਾਈਡ ਕਰਨ ਦੇ ਵਿੱਚ ਉਹਨਾਂ ਕੋਲ ਉਹਨਾਂ ਇਨਫਰਾਸਟ੍ਰਕਚਰ ਨਹੀਂ ਸੀ ਵੀ ਉਹ ਇੰਨਾ ਇਕੱਠ ਜਿਹੜਾ ਐਡੇ ਸਮੂਹ ਦੇ ਵਿੱਚ ਲੋਕ ਜਿਹੜੇ ਹਸਪੀਟਲਸ 'ਚ ਪਹੁੰਚ ਰਹੇ ਸੀ ਉਹਨਾਂ ਦੀ ਹੈਲਪ ਕਰ ਸਕਦੇ। ਤਾਂ ਅਸੀਂ ਕਿਤੇ ਨਾ ਕਿਤੇ ਆਪਣਾ ਪੈਸਾ ਜਿਹੜਾ ਹੈ ਬੈਂਕਾਂ ਦੇ ਵਿੱਚ ਲਾਉਨੇ ਆ, ਸੇਵਿੰਗਸ ਦੇ ਵਿੱਚ ਲਾਉਨੇ ਆ। ਅਸੀਂ ਆਪਣੇ ਆਪ ਨੂੰ ਵੀ ਕੱਲ ਨੂੰ ਪਤਾ ਨਹੀਂ ਕੀ ਹੋ ਜਾਣਾ, ਕਿਹੜੀ ਆਫਤ ਆ ਜਾਏਗੀ, ਤਾਂ ਅਸੀਂ ਸੇਵ ਕਰਕੇ ਚੱਲਦੇ ਹਾਂ। ਸੋ ਸਾਡੀ ਜਿਹੜੀ ਬੈਂਕਿੰਗ ਹੈ ਉਹ ਸੇਵਿੰਗ ਬੈਂਕਿੰਗ ਹੈ ਜਾਂ ਡਿਪੋਜ਼ਿਟ ਬੈਂਕਿੰਗ ਹੈ, ਜਿਹਦੇ ਨਾਲ ਕੀ ਹੁੰਦਾ, ਸਾਡੇ ਪੈਸੇ ਦੇ ਸਿਰ ਦੇ ਉੱਤੋਂ ਸਰਕਾਰ ਜਿਹੜੀ ਹੈ ਲੋਨ ਕ੍ਰੀਏਟ ਕਰਦੀ ਹੈ, ਆਪ ਵੀ ਕਰਜ਼ੇ ਲੈਂਦੀ ਹੈ, ਔਰ ਬੈਂਕਾਂ ਦੇ ਥਰੂ, ਬੈਂਕਾਂ ਦੁਆਰਾ ਜਿਹੜੇ ਕਾਰਪੋਰੇਟਸ ਨੇ ਉਹਨਾਂ ਨੂੰ ਵੀ ਕਰਜ਼ੇ ਮੁਹੱਈਆ ਹੁੰਦੇ ਨੇ। ਸੋ ਇਸ ਕਰਕੇ ਜਦੋਂ ਕੋਈ ਬੈਂਕ ਫੇਲ ਹੁੰਦਾ ਹੈ ਤਾਂ ਉਹਦਾ ਸਿੱਧਾ ਅਸਰ ਲੋਕਾਂ ਦੇ ਉੱਤੇ ਜਾਂਦਾ। ਜਿੱਦਾਂ ਅਸੀਂ ਦੇਖਿਆ ਪਿਛਲੇ ਕੁਝ ਸਾਲਾਂ ਦੇ ਵਿੱਚ ਕਈ ਬੈਂਕ ਫੇਲ ਹੋਏ। ਜਦੋਂ ਇਹ ਬੈਂਕ ਫੇਲ ਹੋਏ ਕਿਸੇ ਵੀ ਕਾਰਨ ਤੋਂ, ਜਦੋਂ ਇਹ ਬੈਂਕ ਫੇਲ ਹੋਏ, ਲੋਕ ਜਿਹੜੇ ਨੇ ਉਹ ਲਾਈਨਾਂ ਦੇ ਵਿੱਚ ਲੱਗੇ, ਉਹਨਾਂ ਦਾ ਪੈਸਾ ਜਿਹੜਾ ਸੀ ਨਹੀਂ ਸੀ ਨਿਕਲ ਰਿਹਾ ਬੈਂਕਾਂ ਦੇ ਵਿੱਚੋਂ। ਜੇ ਇਦਾਂ ਦੀਆਂ ਹੋਰ ਸਮੱਸਿਆਵਾਂ ਖੜੀਆਂ ਹੋਣਗੀਆਂ, ਲੋਕਾਂ ਦਾ ਵਿਸ਼ਵਾਸ ਟੁੱਟੇਗਾ, ਸਮੱਸਿਆਵਾਂ ਹੋਰ ਗਹਿਰੀਆਂ ਹੋਣਗੀਆਂ, ਵਧਣਗੀਆਂ, ਲੋਕਾਂ ਦਾ ਬੈਂਕਾਂ ਦੇ ਪ੍ਰਤੀ ਵਿਸ਼ਵਾਸ ਘਟੇਗਾ। ਪਰ ਹਜੇ ਤੱਕ ਠੀਕ ਹੈ ਜੀ, ਹਜੇ ਤੱਕ ਕੋਈ ਇਦਾਂ ਦੀ ਸਮੱਸਿਆ ਨਹੀਂ ਹੈ।
ਰਾਜੀਵ ਜੀ, ਇੱਕ ਡਾਇਰੈਕਟ ਕੁਐਸਚਨ, ਇੰਡੀਆ ਦੇ ਬੈਂਕਸ ਦੇ ਵਿੱਚ ਜੋ ਪੈਸਾ ਪਿਆ ਹੈ ਭਾਰਤ ਦੇ ਲੋਕਾਂ ਦਾ, ਉਹ ਸੁਰੱਖਿਅਤ ਹੈ ਜਾਂ ਐਜ਼ ਆਫ ਨਾਓ ਸੁਰੱਖਿਅਤ ਹੈ ਔਰ ਅੱਗੇ ਜਾ ਕੇ ਡਾਊਟਫੁਲ ਹੈ? ਰਾਜੀਵ ਜੀ, ਮੈਂ ਤੁਹਾਨੂੰ ਦੱਸਿਆ ਜੀ, ਐਜ਼ ਆਫ ਨਾਓ ਇਹ ਸੁਰੱਖਿਅਤ ਹੈ, ਪਰ ਜੇ ਇਦਾਂ ਦੀਆਂ ਸਮੱਸਿਆਵਾਂ ਖੜੀਆਂ ਹੋਣਗੀਆਂ ਜਿੱਦਾਂ ਦੇ ਸਾਡੇ ਸਾਹਮਣੇ ਨਿਕਲ ਕੇ ਆ ਰਹੀਆਂ, ਵੀ ਕਦੇ ਵਿਆਜ ਇੱਕਦਮ ਵੱਧ ਜਾਂਦਾ, ਕਦੇ ਵਿਆਜ ਇੱਕਦਮ ਘਟ ਜਾਂਦਾ, ਸਰਕਾਰਾਂ ਦੇ ਕਰਜ਼ੇ ਜਿਹੜੇ ਨੇ ਬਹੁਤ ਜ਼ਿਆਦਾ ਨੇ, ਸਰਕਾਰਾਂ ਲੋਕਾਂ ਦੀ ਹੈਲਪ ਇੱਕ ਲਿਮਿਟਿਡ ਐਕਸਟੈਂਟ ਤੱਕ ਕਰ ਸਕਦੀਆਂ ਨੇ, ਔਰ ਜੇ ਕਾਰਪੋਰੇਟ ਜਿਹੜੇ ਪੈਸੇ ਲੈ ਕੇ ਦੌੜਦੇ ਰਹਿਣਗੇ, ਲੋਕਾਂ ਨੂੰ ਲਾਈਨਾਂ ਦੇ ਵਿੱਚ ਲੱਗੇ ਰਹਿਣਾ ਪਏਗਾ, ਵਲਨਰੇਬਿਲਟੀ ਖੜੀ ਹੋਏਗੀ। ਵਲਨਰੇਬਿਲਟੀ ਹੁੰਦੀ ਹੈ ਲਾਚਾਰੀ, ਜਿਹੜੀ ਵਲਨਰੇਬਿਲਟੀ ਜੇ ਖੜਦੀ ਰਹੇਗੀ, ਜੇ ਲੋਕ ਲਾਚਾਰ ਹੁੰਦੇ ਰਹਿਣਗੇ ਵੀ ਮੇਰਾ ਪੈਸਾ ਜੇ ਮੈਨੂੰ ਹੀ ਨਹੀਂ ਮਿਲ ਰਿਹਾ, ਜਿਹੜਾ ਮੈਂ ਆਪਣੇ ਆਫਤਾਂ ਦੇ ਲਈ ਬਚਾ ਕੇ ਰੱਖਿਆ ਸੀ, ਵੀ ਕੱਲ ਨੂੰ ਕੋਈ ਆਫਤ ਆਏਗੀ ਤਾਂ ਮੈਂ ਉਹ ਪੈਸਾ ਕਢਾ ਲੂੰਗਾ, ਜੇ ਇਹ ਸਮੱਸਿਆਵਾਂ ਸਾਡੇ ਨਾਲ ਚੱਲਦੀਆਂ ਰਹਿਣਗੀਆਂ, ਫਿਰ ਮੈਨੂੰ ਲੱਗਦਾ ਬੈਂਕਾਂ ਦੇ ਉੱਤੇ ਵਿਸ਼ਵਾਸ ਜ਼ਰੂਰ ਘਟੇਗਾ। ਜੀ, ਬੈਂਕਾਂ ਦੇ ਉੱਤੇ ਵਿਸ਼ਵਾਸ ਘਟ ਸਕਦਾ ਕਿਉਂਕਿ ਗਵਰਨਮੈਂਟਸ ਹੀ ਨੇ ਨਾ, ਉਹਨਾਂ ਦੀ ਟ੍ਰਾਂਜੈਕਸ਼ਨਸ ਨੇ, ਉਹਨਾਂ ਦੀਆਂ ਡੀਲਿੰਗਸ ਨੇ, ਔਰ ਬੇਸਿਕਲੀ ਕਾਰਪੋਰੇਟਸ ਦਾ ਹੀ ਅਸਰ ਪੈਂਦਾ ਬੈਂਕਸ ਦੇ ਉੱਤੇ, ਕਿਉਂਕਿ ਉਹੀ ਇਹ ਵੱਡੀ ਗੇਮਸ ਖੇਡਦੇ ਨੇ। ਆਮ ਲੋਕਾਂ ਨੇ ਕੀ ਗੇਮ ਖੇਡਣੀ ਹੈ? ਛੋਟੇ ਛੋਟੇ ਲੋਨ ਲੈ ਕੇ, ਛੋਟੇ ਛੋਟੇ ਬਿਜ਼ਨਸ, ਛੋਟਾ ਛੋਟਾ ਨੈਟਵਰਕ, ਉਹਨਾਂ ਨੇ ਕੀ ਬੈਂਕ ਦੇ ਨਾਲ ਫਰਾਡ ਕਰਨਾ? ਜਿਹੜੇ ਵੱਡੇ ਵੱਡੇ ਮਗਰਮੱਛ ਸ਼ਾਰਕਸ ਬੈਠੇ ਹੋਏ ਨੇ, ਬੈਂਕ ਨਾਲ ਫਰਾਡਸ ਕਰਨ ਵਾਲੇ ਬਾਹਰ ਜਾ ਕੇ ਬੈਠੇ ਹੋਏ ਨੇ, ਭਾਰਤ ਦਾ ਪੈਸਾ ਗੋਲ ਕਰਕੇ ਬੈਂਕਾਂ ਦਾ, ਵੱਡੇ ਵੱਡੇ ਸ਼ਾਰਕਸ ਬਾਹਰ ਬੈਠੇ ਨੇ, ਉਹਨਾਂ ਦਾ ਪਤਾ ਨਹੀਂ ਕਿੱਦਾਂ ਭਾਰਤ ਵਿੱਚ ਉਹਨਾਂ ਨੂੰ ਲੈ ਕੇ ਆਉਣਾ। ਤਾਂ ਜਿਹੜੇ ਆંકੜੇ ਵੀ ਆਉਂਦੇ ਰਹਿੰਦੇ ਨੇ, ਸਵਿਸ ਬੈਂਕ ਦੇ ਵਿੱਚ ਜਿਹੜੀ ਬਲੈਕ ਮਨੀ ਜਮ੍ਹਾਂ ਹੈ, ਕੋਈ ਭਾਰਤ ਦੇ ਲੋਕ ਵੀ ਨੇ, ਵੱਡੇ ਵੱਡੇ ਰਾਜਨੇਤਾ ਨੇ, ਬਿਜ਼ਨਸਮੈਨ ਨੇ, ਉਹਨਾਂ ਦਾ ਵੀ ਪੈਸਾ ਜਮ੍ਹਾਂ ਹੈ। ਹੁਣ ਕਿੰਨਾ ਕੁ ਲੀਗਲ ਹੈ, ਕਿੰਨਾ ਕੁ ਇਲੀਗਲ ਹੈ? ਮਨੀ ਲਾਂਡਰਿੰਗ ਦੇ ਅਸੀਂ ਰੋਜ਼ ਹੀ ਨਿਤ ਨਵੇਂ ਕੇਸ ਦੇਖਦੇ ਰਹਿੰਦੇ ਹਾਂ। ਸੋ ਕੁੱਲ ਮਿਲਾ ਕੇ ਜਿੱਦਾਂ ਪੰਜਾਬੀ 'ਚ ਕਹਿੰਦੇ ਨੇ ਨਾ, ਇੱਕ ਨੂੰ ਕੀ ਰੋਂਦੇ ਉਹ ਸਾਰਾ ਆਵਾ ਹੀ ਉਤਿਆ ਪਿਆ, ਉਹ ਹਿਸਾਬ ਬਣਿਆ ਹੋਇਆ ਹੈ। ਸੋ ਹੁਣ ਲੋਕ ਕੀ ਕਰਨ? ਬੈਂਕਾਂ 'ਚੋਂ ਪੈਸਾ ਕਢਵਾ ਕੇ ਘਰ ਤਾਂ ਨਹੀਂ ਨਾ ਰੱਖ ਸਕਦੇ, ਰੱਖਣਾ ਤੇ ਬੈਂਕਾਂ 'ਚ ਹੀ ਪਏਗਾ, ਜਾਂ ਇਨਵੈਸਟਮੈਂਟ ਮਿਊਚੁਅਲ ਫੰਡਸ ਨੇ, ਹੋਰ ਕਈ ਇਕੁਇਟੀ ਖੇਡ ਸਕਦੇ ਨੇ, ਪਰ ਨਹੀਂ, ਆਮ ਬੰਦਾ ਮਿਊਚੁਅਲ ਫੰਡ ਤੱਕ ਖੇਡਦਾ, ਨਹੀਂ ਤਾਂ ਬਾਕੀ ਤੇ ਐਫਡੀਜ਼ ਦੇ ਤੱਕ ਹੀ ਰਹਿੰਦੇ ਨੇ। ਹੋਰ ਛੋਟੀ ਛੋਟੀ ਇਨਵੈਸਟਮੈਂਟਸ ਨੇ, ਪੋਸਟ ਆਫਿਸ ਦੇ ਵਿੱਚ ਇਨਵੈਸਟਮੈਂਟ ਨੇ, ਇਹ ਸਭ ਤਰੀਕੇ ਨੇ। ਗਵਰਨਮੈਂਟ ਦੇ ਕੋਲ ਹੀ ਅਸੀਂ ਆਪਣਾ ਪੈਸਾ ਰੱਖ ਕੇ ਆਪਣੇ ਆਪ ਨੂੰ ਸਿਕਿਉਰ ਸਮਝਦੇ ਹਾਂ। ਸੋ ਇਸ ਕ੍ਰਾਈਸਿਸ ਦੇ ਵਿੱਚ ਲੋਕ ਆਪਣਾ ਪੈਸਾ ਕਿਵੇਂ ਸੁਰੱਖਿਅਤ ਕਰਨ, ਕੀ ਕਰਨ ਆਪਣੇ ਪੈਸੇ ਦਾ, ਕਿਉਂਕਿ ਬਹੁਤ ਮਿਹਨਤ ਨਾਲ ਕਮਾਇਆ ਹੋਇਆ ਹੈ, ਹਾਰਡ ਅਰਨ ਮਨੀ ਹੈ। ਰਾਜੀਵ ਜੀ, ਕੀ ਕਰੀਏ? ਪਹਿਲੀ ਚੀਜ਼ ਜਿਹੜੀ ਹੈ ਜੀ, ਜਿਸ ਚੀਜ਼ ਨੂੰ ਕਰਨ ਦੀ ਲੋੜ ਹੈ, ਉਹ ਹੈ ਵੀ ਅਸੀਂ ਆਪਣਾ ਪੈਸਾ ਇੱਕ ਬੈਂਕ 'ਚ ਇਕੱਠਾ ਕਰਕੇ ਨਾ ਰੱਖੀਏ, ਕਿਸੇ ਵੀ ਇੱਕ ਬੈਂਕ 'ਚ। ਮੈਂ ਜਿਹੜਾ ਜ਼ਿਕਰ ਕੀਤਾ ਸੀ DICGC, ਡਿਪੋਜ਼ਿਟ ਇੰਸ਼ੋਰੈਂਸ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ, ਬੈਂਕਾਂ ਨੂੰ DICGC ਬੈਂਕ ਜਿਹੜੇ ਨੇ ਉਹ ਇਸ ਆਰਗੇਨਾਈਜੇਸ਼ਨ ਨੂੰ ਇੱਕ ਪ੍ਰੀਮੀਅਮ ਦਿੰਦੇ ਆ, ਇੰਸ਼ੋਰੈਂਸ ਕੀਤੀ ਹੁੰਦੀ ਹੈ ਬਈ ਲੋਕਾਂ ਦਾ ਪੈਸਾ 5 ਲੱਖ ਰੁਪਏ ਤੱਕ, ਜੇ ਖੰਨਾ ਸਾਹਿਬ ਮੇਰਾ ਜਾਂ ਤੁਹਾਡਾ ਪੈਸਾ 5 ਲੱਖ ਰੁਪਏ ਤੱਕ ਕਿਸੇ ਬੈਂਕ 'ਚ ਹੈ, ਅਸੀਂ ਮੰਨ ਲੈਂਦੇ ਹਾਂ A ਬੈਂਕ ਦੇ ਵਿੱਚ 6 ਲੱਖ ਰੁਪਈਆ ਸਾਡਾ ਪਿਆ, ਤੁਹਾਡਾ ਅਲੱਗ ਪਿਆ 6 ਲੱਖ, ਮੇਰਾ ਅਲੱਗ 6 ਲੱਖ ਪਿਆ, ਤਾਂ ਉਹਦੀ ਔਰ ਬਦਕਿਸਮਤੀ ਨਾਲ ਉਹ ਬੈਂਕ ਜਿਹੜਾ ਡੁੱਬ ਜਾਂਦਾ ਤਾਂ ਸਾਨੂੰ ਸਿਰਫ 5 ਲੱਖ ਹੀ ਮੁੜੇਗਾ। ਤਾਂ ਪਹਿਲੀ ਚੀਜ਼ ਤਾਂ ਅਸੀਂ ਜਿਹੜੀ ਹੈ ਆਪਣੇ ਪੋਰਟਫੋਲੀਓ ਨੂੰ, ਆਪਣੇ ਬੈਂਕਾਂ ਨੂੰ 3-4 ਬੈਂਕਾਂ 'ਚ ਡਿਵਾਈਡ, ਆਪਣੇ ਪੈਸੇ ਨੂੰ 3-4 ਬੈਂਕਾਂ 'ਚ ਡਿਵਾਈਡ ਕਰ ਦਈਏ, ਹਰ ਖਾਤੇ ਤੇ 5 ਲੱਖ ਰੁਪਈਆ, ਤੇ ਜੇ ਕਿਸੇ ਬੰਦੇ ਕੋਲ 20 ਲੱਖ ਰੁਪਈਆ ਪਿਆ, ਉਹ 4 ਬੈਂਕਾਂ ਦੇ ਵਿੱਚ ਪੈਸਾ ਰੱਖੇ, ਇੱਕ ਬੈਂਕ 'ਚ ਨਾ ਰੱਖੇ। ਪਹਿਲੀ ਚੀਜ਼ ABCD 4 ਖਾਤੇ ਖੁਲਵਾਵੇ ਅਲੱਗ-ਅਲੱਗ ਬੈਂਕਾਂ ਦੇ ਵਿੱਚ, ਇੱਕ ਜਗ੍ਹਾ ਜੇ ਤੁਸੀਂ ਰੱਖੋਗੇ ਤਾਂ ਉਹ ਸਮੱਸਿਆ ਖੜੀ ਹੋਏਗੀ। ਵੈਸੇ ਵੀ ਇਹ ਫਾਇਦੇਮੰਦ ਹੈ, ਜੇ ਕੋਈ ਇੱਕ ਬੈਂਕ ਜਿਹੜਾ ਹੈ ਉਹਦੇ 'ਚ ਕਿਸੇ ਤਰੀਕੇ ਦੀ ਵੀ ਸਮੱਸਿਆ ਆ ਜਾਂਦੀ ਤਾਂ ਤੁਹਾਨੂੰ ਲਾਈਨਾਂ 'ਚ ਨਹੀਂ ਘੱਟੋ ਘੱਟ ਲੱਗਣਾ ਪਏਗਾ। ਇਹ ਔਖਾ ਹੈ ਵੀ ਸਾਰੇ ਦੇ ਸਾਰੇ ਬੈਂਕ ਇਕੱਠੇ ਗਿਰ ਜਾਣ, ਇਹ ਹਜੇ ਨਹੀਂ ਹੋਏਗਾ। ਰਾਜੀਵ ਜੀ, ਇੱਥੇ ਕੁਐਸਚਨ ਹੈ, ਫਿਰ ਅੱਗੇ ਸੋਨੇ ਵੱਲ ਅੱਗੇ ਵਧਦੇ ਹਾਂ। ਸਟੇਟ ਬੈਂਕ ਆਫ ਇੰਡੀਆ ਦੀਆਂ 5 ਬ੍ਰਾਂਚਾਂ 'ਚ ਉਸ ਬੰਦੇ ਨੇ 5 ਥਾਂ ਤੇ ਅਕਾਊਂਟ ਖੁਲਵਾ ਦਿੱਤੇ, ਹੁਣ ਉਹ 5 ਗਿਣੇ ਜਾਣਗੇ ਜਾਂ ਸਟੇਟ ਬੈਂਕ ਆਫ ਇੰਡੀਆ ਦੀਆਂ ਹੀ 5 ਬ੍ਰਾਂਚਾਂ ਨੇ, ਇਸ ਕਰਕੇ ਸਿੰਗਲ ਬੈਂਕ ਗਿਣਿਆ ਜਾਏਗਾ? ਤੁਸੀਂ 5 ਅਲੱਗ-ਅਲੱਗ ਬੈਂਕਾਂ ਦੇ ਵਿੱਚ ਖੁਲਵਾਓ, ਇਦਾਂ ਇੱਕੋ ਹੀ ਬੰਦੇ ਦੇ, ਮੈਂ ਕਹਿੰਦਾ ਇੱਕੋ ਹੀ ਬ੍ਰਾਂਚ 'ਚ ਵੀ 5 ਹੋ ਸਕਦੇ ਆ। ਮੇਰੇ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ 5 ਖਾਤੇ ਹੋ ਸਕਦੇ, ਤੁਹਾਡੇ ICICI ਦੇ ਵਿੱਚ 5 ਖਾਤੇ ਹੋ ਸਕਦੇ। ਆਪਾਂ ਇਹ ਕੰਮ ਨਾ ਕਰੀਏ, ਆਪਾਂ ਬੜਾ ਸਿੱਧਾ ਕੰਮ ਕਰੀਏ ਵੀ 5 ਅਲੱਗ-ਅਲੱਗ ਬੈਂਕਾਂ ਦੇ ਵਿੱਚ ਖਾਤੇ ਰੱਖੀਏ, ਜਾਂ 4 ਬੈਂਕਾਂ 'ਚ ਘੱਟੋ ਘੱਟ ਖਾਤੇ ਰੱਖੀਏ 5-5 ਲੱਖ ਦੇ। ਹਾਂ, ਓਕੇ, ਡਨ। ਹੁਣ ਸੋਨੇ ਵੱਲ ਆਉਨੇ ਆਪਾਂ। ਦੂਸਰੀ ਚੀਜ਼ ਜਿਹੜੀ ਹੈ, ਜਦੋਂ ਵੀ ਮੰਦੀ ਆਉਂਦੀ ਹੈ, ਮਹਾਮੰਦੀ ਆਉਂਦੀ ਹੈ, ਸੋਨਾ ਚਮਕਦਾ। ਅਸੀਂ ਪਿਛਲੇ ਸਾਲ ਦੇਖਿਆ ਸੋਨੇ ਦਾ ਜਿਹੜਾ ਹੈ, ਜਿਹੜੇ ਲੋਕਾਂ ਨੇ ਸੋਨੇ ਦੇ ਵਿੱਚ ਪੈਸਾ ਲਾਇਆ ਸੀ,
ਉਹਨਾਂ ਨੂੰ 22% ਤੱਕ ਦਾ ਫਾਇਦਾ ਮਿਲਿਆ। ਪਿਛਲੇ 20 ਤੋਂ 22% ਦੀ ਰਿਟਰਨਸ ਸੋਨੇ ਨੇ ਦਿੱਤੀ ਹੈ, ਔਰ ਇਹ ਅੱਗੇ ਵੀ ਦੇਗਾ ਸੋਨਾ। ਜਦੋਂ ਵੀ ਮਹਾਮੰਦੀ ਆਉਂਦੀ ਹੈ ਉਦੋਂ ਸੋਨਾ ਚਮਕਣਾ ਹੀ ਚਮਕਣਾ, ਦੈਟ ਇਜ਼ ਦਾ ਰੂਲ ਆਫ ਥੰਬ। ਤਾਂ ਸੋਨੇ ਦੇ ਵਿੱਚ ਪੈਸਾ, ਚਾਹੇ ਫਿਜ਼ੀਕਲ ਗੋਲਡ ਜੇ ਖਰੀਦਣਾ ਚਾਹੁੰਦੇ ਹੋ ਤਾਂ ਖਰੀਦ ਸਕਦੇ ਆ ਲੋਕ। ਤੀਸਰੀ ਚੀਜ਼ ਜਿਹੜੀ ਹੈ ਸੋਵਰਨ ਗੋਲਡ ਬੌਂਡ, ਇੱਕ ਸਰਕਾਰ ਦੀ ਸਕੀਮ ਹੈ ਸੋਵਰਨ ਗੋਲਡ ਬੌਂਡ ਦੀ, ਜਿਹੜੀ ਕੇਂਦਰ ਸਰਕਾਰ ਹੈ ਉਹ ਤੁਹਾਨੂੰ ਪੈਸਾ ਦਿੰਦੀ ਹੈ, ਉਹ ਤੁਹਾਨੂੰ ਗੋਲਡ ਬੌਂਡ ਦਿੰਦੀ ਹੈ, ਇੱਕ ਪਰਚਾ ਦੇ ਦਿੰਦੀ ਹੈ। ਉਹ ਤੁਸੀਂ 1 ਗ੍ਰਾਮ ਸੋਨਾ ਜਿਹੜਾ ਹੈ ਉਹ ਤੋਂ ਲੈ ਕੇ ਅੱਗੇ 5 ਕਿਲੋ ਸੋਨਾ ਤੱਕ ਖਰੀਦ ਸਕਦੇ ਹੋ। ਆਮ ਜਨਤਾ ਜਿਨ੍ਹਾਂ ਨੇ ਪੈਸਾ ਲਾਉਣਾ ਉਹ ਇਹਦੇ ਵਿੱਚ ਪੈਸਾ ਲਾ ਸਕਦੀ ਹੈ, ਇਸ ਸੋਨੇ ਦੇ ਵਿੱਚ ਪੈਸਾ, ਸੋਵਰਨ ਗੋਲਡ ਬੌਂਡਸ ਦੇ ਵਿੱਚ ਇੱਥੇ ਪੈਸਾ ਨਿਵੇਸ਼ ਹੋ ਸਕਦਾ। ਇਹਦਾ ਫਾਇਦਾ ਕੀ ਹੋਏਗਾ ਖੰਨਾ ਸਾਹਿਬ? ਇਹ ਸਰਕਾਰ ਜਿਹੜੀ ਹੈ ਸਾਲ ਦੇ ਵਿੱਚ 3 ਤੋਂ 4 ਵਾਰੀ ਇਹਦੀ ਕਿਸ਼ਤਾਂ ਲੈ ਕੇ ਆਉਂਦੀ ਹੈ, ਔਰ ਇਹ ਪੋਸਟ ਆਫਿਸਿਸ ਦੇ ਵਿੱਚੋਂ ਵੀ ਮਿਲ ਜਾਂਦੇ ਨੇ ਸੋਵਰਨ ਗੋਲਡ ਬੌਂਡ, ਔਰ ਬੈਂਕਾਂ ਦੇ ਵਿੱਚੋਂ ਵੀ ਮਿਲ ਜਾਂਦੇ ਨੇ, ਔਰ ਪੂਰੇ ਤਰੀਕੇ ਨਾਲ ਸੁਰੱਖਿਅਤ ਹੈ। ਸਰਕਾਰ ਦੀ ਪੂਰੀ ਬੈਕਿੰਗ ਹੁੰਦੀ ਹੈ, ਕੋਈ ਇਹਦੇ ਸੱਟੇਬਾਜ਼ੀ ਵਾਲਾ ਕੰਮ ਨਹੀਂ ਹੈ। ਇਹਦੇ ਚ ਫਾਇਦਾ ਕੀ ਹੁੰਦਾ ਖੰਨਾ ਸਾਹਿਬ? ਅੱਜ ਅਗਰ ਮੈਂ ਸੋਨੇ ਦੇ ਵਿੱਚ ਮੰਨ ਲਓ 5000 ਰੁਪਈਆ, ਇਸ ਟਾਈਮ ਸੋਨਾ 6000 ਰੁਪਈਏ ਦਾ ਲੱਗੇ ਜਾ ਰਿਹਾ, ਮੈਂ 6000 ਰੁਪਈਆ ਲੈ ਲੈਣਾ, 6000 ਰੁਪਈਏ ਦਾ ਮੈਂ 1 ਗ੍ਰਾਮ ਸੋਨਾ ਲੈ ਲੈਣਾ, ਇਹ 8 ਸਾਲ ਦੇ ਲਈ ਮੇਰਾ ਪੈਸਾ ਬਲੌਕ ਹੋ ਜਾਂਦਾ। 8 ਸਾਲ ਤੱਕ। ਹੁਣ 6000 ਰੁਪਈਏ ਦੇ ਉੱਤੇ 2.5% ਵਿਆਜ ਮੈਨੂੰ ਸਾਲ ਚ 2 ਵਾਰੀ ਆਉਣਾ, 2.5% ਵਿਆਜ ਮੈਨੂੰ 2 ਵਾਰੀ ਆਉਣਾ। ਤਾਂ ਇਹ ਜਿਹੜੇ 750 ਰੁਪਈਏ ਹਰ 6-6 ਮਹੀਨੇ ਬਾਅਦ ਮੇਰੇ ਖਾਤੇ ਚ ਆਉਣਗੇ, ਯਾਨੀ ਕਿ ਇਹ 6000 ਰੁਪਈਏ ਪਿੱਛੇ ਜਿਹੜੇ ਮੈਨੂੰ ਪੈਸੇ ਮਿਲ ਰਹੇ ਹੈ, ਜਿਹੜੇ ਮੈਨੂੰ ਪੈਸੇ ਮਿਲ ਰਹੇ, ਇੱਕ ਤਾਂ ਇਹ ਮੈਨੂੰ 8 ਸਾਲ ਦੇ ਲਈ ਮਿਲਣਗੇ। ਦੂਜੀ ਜਿਹੜੀ ਸਭ ਤੋਂ ਵੱਡੀ ਇਹਦੀ ਸਿਫਤ ਹੈ ਇਸ ਸਕੀਮ ਦੀ, ਉਹ ਇਹ ਹੈ ਕਿ 6-8 ਸਾਲ ਬਾਅਦ ਜੇ ਉਸ ਵੇਲੇ ਸੋਨੇ ਦੀ ਕੀਮਤ ਮੰਨ ਲਓ 10000 ਰੁਪਈਆ, ਤਾਂ ਤੁਹਾਨੂੰ ਉਸ ਵੇਲੇ ਉਹ 1 ਗ੍ਰਾਮ ਸੋਨੇ ਦੇ ਬਦਲੇ 10000 ਰੁਪਈਏ ਮਿਲਣਗੇ, 6000 ਨਹੀਂ ਮਿਲਣਗੇ। ਸੋ ਤੁਹਾਨੂੰ ਦੋ ਪਾਸੇ ਫਾਇਦਾ ਮਿਲ ਜਾਂਦਾ। ਜਦੋਂ ਅਸੀਂ ਫਿਜ਼ੀਕਲ ਗੋਲਡ ਖਰੀਦਦੇ, ਜਦੋਂ ਅਸੀਂ ਦੁਕਾਨਾਂ ਤੋਂ ਸੁਨਿਆਰੇ ਤੋਂ ਗੋਲਡ ਖਰੀਦ ਕੇ ਲੈ ਕੇ ਆਉਂਦੇ ਆ, ਉਹਦੇ ਵਿੱਚ ਕੀ ਹੁੰਦਾ, ਡੈਪਰੀਸੀਏਸ਼ਨ ਪੈਂਦੀ ਹੈ। ਇਹਦੇ 'ਚ ਕੋਈ ਡੈਪਰੀਸੀਏਸ਼ਨ ਨਹੀਂ ਮਿਲਣੀ, ਇੱਕ ਤਾਂ ਤੁਹਾਨੂੰ ਵਿਆਜ ਮਿਲਣਾ, ਉੱਤੋਂ ਦੂਜੀ ਗੱਲ ਜਿਹੜੀ ਹੈ ਉਹਦੇ ਨਾਲ ਤੁਹਾਨੂੰ ਐਪਰੀਸੀਏਸ਼ਨ ਮਿਲਣੀ, ਫਿਰ ਉਹ ਵੀ ਟੈਕਸ ਫਰੀ, ਉਹਦੇ ਤੇ ਟੈਕਸ ਨਹੀਂ ਲੱਗਣਾ। ਤਾਂ ਇਸ ਤਰੀਕੇ ਵਿਆਜ ਦੇ ਉੱਤੇ ਟੈਕਸ ਲੱਗੇਗਾ, ਜਿਹੜੀ ਐਂਡ ਦੇ ਵਿੱਚ ਤੁਹਾਨੂੰ 6000 ਤੇ 10000 ਮਿਲਣਗੇ, ਉਹਦੇ ਤੇ ਟੈਕਸ ਨਹੀਂ ਲੱਗਣਾ 8 ਸਾਲ ਬਾਅਦ। ਸੋ ਇਹ ਇੱਕ ਸਕੀਮ ਹੈ ਜਿਹਦੇ ਚ ਲੋਕ ਪੈਸਾ ਲਾ ਸਕਦੇ। ਉਸ ਤੋਂ ਇਲਾਵਾ ਜਿਹੜੀਆਂ ਸਰਕਾਰ ਨੇ ਇਸ ਵੇਲੇ, ਜਿਨ੍ਹਾਂ ਦਾ ਜ਼ਿਕਰ ਤੁਸੀਂ ਵੀ ਕੀਤਾ ਖੰਨਾ ਸਾਹਿਬ, ਸਮਾਲ ਸੇਵਿੰਗ ਸਕੀਮਸ ਜਿਹੜੀਆਂ ਨੇ, ਨੈਸ਼ਨਲ ਸੇਵਿੰਗ ਸਰਟੀਫਿਕੇਟਸ ਹੈਗੇ ਨੇ, ਜਿਹੜੀਆਂ ਮੰਥਲੀ ਇਨਕਮ ਸਕੀਮ ਹੈਗੀ ਆ ਪੋਸਟ ਆਫਿਸ ਦੀ, ਜਾਂ ਜਿਹੜੀ ਸੁਕੰਨਿਆ ਸਮਰਿੱਧੀ ਯੋਜਨਾ ਹੈਗੀ ਹੈ, ਇਦਾਂ ਦੀਆਂ ਜਿਹੜੀਆਂ ਸਕੀਮਾਂ, ਪੀਪੀਐਫ ਹੈ, ਭਾਵੇਂ ਪੀਪੀਐਫ ਚ ਸਰਕਾਰ ਨੇ ਕੋਈ ਬਹੁਤਾ ਵਾਧਾ ਨਹੀਂ ਕੀਤਾ ਇਸ ਵਾਰੀ, ਪਰ ਇਦਾਂ ਦੀਆਂ ਸਕੀਮਾਂ ਜਿਹੜੀਆਂ ਨੇ, ਇਹਨਾਂ 'ਚ ਪੈਸਾ ਲਾਉਣਾ ਬਿਲਕੁਲ ਸੁਰੱਖਿਅਤ ਹੈ। ਬੈਂਕ ਦੇ ਨਾਲ ਨਾਲ ਲੋਕਾਂ ਨੂੰ ਆਪਣਾ ਪੋਰਟਫੋਲੀਓ ਵਧਾਉਣ ਦੀ ਲੋੜ ਹੈ, ਆਪਣੇ ਪੈਸੇ ਨੂੰ ਅਲੱਗ-ਅਲੱਗ ਜਗ੍ਹਾ ਤੇ ਨਿਵੇਸ਼ ਕਰਕੇ ਰੱਖੋ। ਅਸੀਂ ਸਾਰੇ ਬੜੀ ਮਿਹਨਤ ਦੇ ਨਾਲ ਪੈਸਾ ਕਮਾਉਂਦੇ ਹਾਂ, ਸਾਡੇ ਕੋਲ ਕਿਸੇ ਕੋਲ ਵੀ ਇਦਾਂ ਦਾ ਗਲਤ ਤਰੀਕੇ ਨਾਲ ਕਮਾਇਆ ਹੋਇਆ ਪੈਸਾ ਨਹੀਂ ਹੈ। ਉਹਨੂੰ ਤਰੀਕੇ ਨਾਲ ਰੱਖਣਾ ਔਰ ਉਸ ਪੈਸੇ ਦੇ ਨਾਲ ਤਾਂ ਕਿ ਪੈਸਾ ਵੱਧਦਾ ਰਹੇ, ਇਹ ਸਭ ਤੋਂ ਜ਼ਿਆਦਾ ਅਕਲਮੰਦੀ ਦੀ ਗੱਲ ਹੈ। ਬਸ ਬਿਲਕੁਲ ਠੀਕ ਕਹਿ ਰਹੇ ਹੋ। ਟੇਕ ਅ ਵੈਰੀ ਗੁੱਡ ਕੇਅਰ ਆਫ ਯੋਰ ਮਨੀ। ਇਹ ਹੈ ਇੱਕ ਬੇਸਿਸ ਹੈ ਇੱਕ ਸਾਰੀ ਡਿਸਕਸ਼ਨ ਦਾ। ਆਪਣੇ ਪੈਸੇ ਦਾ ਖਾਸ ਖਿਆਲ ਰੱਖੋ, ਕਿਉਂਕਿ ਇਹੀ ਤੁਹਾਡਾ ਦੋਸਤ ਹੈ, ਇਹੀ ਤੁਹਾਡਾ ਮਿੱਤਰ ਹੈ, ਇਹੀ ਤੁਹਾਡੇ ਕੰਮ ਆਉਣਾ ਹੈ। ਔਰ ਇਹਦੇ ਨਾਲ ਹੀ ਅੱਗੇ ਦੋਸਤੀਆਂ ਬਣਦੀਆਂ ਨੇ, ਅੱਗੇ ਰਿਸ਼ਤੇਦਾਰੀਆਂ ਬਣਦੀਆਂ ਨੇ, ਅੱਗੇ ਨੈਟਵਰਕ ਬਣਦਾ ਹੈ। ਦੈਟ ਇਜ਼ ਅ ਪ੍ਰੈਕਟੀਕਲ ਲਾਈਫ। ਠੀਕ ਹੈ, ਮੋਹ ਮਾਇਆ ਦੀ ਅਸੀਂ ਕਹਿ ਦਿੰਦੇ ਹਾਂ ਗੱਲ, ਬਟ ਮੋਹ ਮਾਇਆ ਦੀ ਗੱਲ ਆਪਣੀ ਜਗ੍ਹਾ। ਇਹ ਫਿਲਾਸਫੀਆਂ ਠੀਕ ਹੈ, ਉਦੋਂ ਤੁਸੀਂ ਲਾਗੂ ਕਰੋ ਆਪਣੇ ਜੀਵਨ ਦੇ ਵਿੱਚ ਜਦੋਂ ਆਪਣੇ ਕਦਮਾਂ ਦੇ ਉੱਤੇ ਪੂਰੀ ਤਰ੍ਹਾਂ ਖੜੇ ਹੋ ਜਾਓ। ਇਹ ਨਹੀਂ ਕਿ ਜੇਬ ਖਾਲੀ ਹੋਵੇ ਤੇ ਤੁਸੀਂ ਫਿਲਾਸਫੀ ਲੈ ਕੇ ਘੁੰਮੋਗੇ, ਕਿਸੇ ਨੇ ਨਹੀਂ ਪੁੱਛਣਾ। ਦਿਸ ਇਜ਼ ਪ੍ਰੈਕਟੀਕਲ ਲਾਈਫ, ਔਰ ਇਹ ਲਾਈਫ ਦੇ ਹਾਰਡ ਫੈਕਟਸ ਨੇ, ਇਹਨੂੰ ਐਕਸੈਪਟ ਕਰਨਾ ਹੀ ਚਾਹੀਦਾ। ਸੋ ਟੇਕ ਅ ਵੈਰੀ ਗੁੱਡ ਕੇਅਰ ਆਫ ਯੋਰ ਮਨੀ। ਆਪਣੇ ਪੈਸੇ ਦਾ ਖਾਸ ਖਿਆਲ ਰੱਖੋ। ਰਾਜੀਵ ਜੀ, ਬਹੁਤ ਬਹੁਤ ਸ਼ੁਕਰੀਆ ਐਨਲਾਈਟਨ ਕੀਤਾ ਇਸ ਸਬਜੈਕਟ ਦੇ ਉੱਤੇ ਤੁਸੀਂ ਸਾਨੂੰ। ਥੈਂਕ ਯੂ ਸੋ ਮਚ ਰਾਜੀਵ ਜੀ, ਥੈਂਕ ਯੂ ਸੋ ਮਚ। ਆਪਣੇ ਦਰਸ਼ਕਾਂ ਨੂੰ ਅਸੀਂ ਗੁਜ਼ਾਰਿਸ਼ ਕਰਾਂਗੇ, ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਇਸ ਸਬਜੈਕਟ ਦੇ ਉੱਤੇ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।